ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਿਗੁਰ ਆਇਓ ਸਰਣ ਤੁਹਾਰੀ, ਮਿਲੈ ਸੁਖ ਨਾਮ ਹਰਿ ਸੁਭਾ, ਚਿੰਤਾ ਲਾਹੇ ਹਮਾਰੀ। ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂ ਦਾਤਾ। ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ। ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ। ਨੀਕੋ ਠਾਕੁਰ ਦੇਸਾ। ਕਬੀਰ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਏਕ ਜੋ ਸਾਧੂ ਮੋਹਿ ਮਿਲਿਓ, ਤਿਨ ਲੀਆ ਅੰਚਲ ਲਾਏ। ਕਬੀਰ ਚੋਟ ਸੁਹੇਲੀ ਸੇਲ ਕੀ, ਲਾਗਤ ਲੈ ਉਸਾਸ। ਚੋਟ ਸਹਾਰੈ ਸ਼ਬਦ ਕੀ, ਤਾਸ ਗੁਰੂ ਮੈਂ ਦਾਸ। ਬੇਸੁਮਾਰ ਅਥਾਹ ਅਗਨਤ ਅਤੁਲੈ, ਜੋ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਕਬੀਰ ਹਰਿ ਕਾ ਸਿਮਰਨ ਜੋ ਕਰੈ, ਸੋ ਸੁਖੀਆ ਸੰਸਾਰ। ਇਤ ਉਤ ਕਤਹਿ ਨ ਡੋਲਈ, ਜਿਸ ਰਾਖੈ ਸਿਰਜਨਹਾਰ। ਕਬੀਰ ਕਹਾਣੀ ਪੀੜਤੇ, ਸਤਿਗੁਰ ਲੀਏ ਛਡਾਏ। ਪਰਾ ਪੂਰਬਲੀ ਭਾਵਨੀ, ਪ੍ਰਗਟ ਹੋਈ ਆਏ। ਕਬੀਰ ਟਾਲੇ ਟੋਲੇ ਦਿਨ ਗਿਆ, ਬਿਆਜ ਬੜ੍ਹੰਤਉ ਜਾਏ। ਨਾ ਹਰਿ ਭਜਿਓ ਨਾ ਖਤ ਫਟਿਓ, ਕਾਲ ਪਹੁੰਚੋ ਆਏ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ। ਪਤਿਤ ਪਾਵਨ ਭਗਤ ਵਛਲ, ਕਿਰਪਾ ਨਿਧ ਦਇਆ ਨਿਧ ਕਰੁਣਾ ਨਿਧ ਗੁਣ ਨਿਧ। ਦੀਨਾਨਾਥ ਦੀਨ ਪ੍ਰਤਪਾਲਕ, ਦੀਨ ਦਰਦ ਨਿਵਾਰਕ, ਦੀਨ ਕਰੁਣਾਮੈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ। ਤਿਨਾਂ ਦੀ ਅਪਾਰ ਮਿਹਰਮਤ ਹੈ, ਅਥਾਹ ਬਖਸ਼ਿਸ਼ ਹੈ, ਜੋ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਸਭ ਨੂੰ ਆਪਣੀ ਮਿਹਰ ਭਰੀ ਬਖਸ਼ਿਸ਼ ਭਰੀ ਨਜ਼ਰ ਕਰਕੇ ਆਪਣੀ ਪਾਵਨ ਪਵਿੱਤਰ ਮੁਬਾਰਕ ਚਰਨ ਸ਼ਰਨ ਹਜ਼ੂਰੀ ਦੇ ਅੰਤਰਗਤ ਸਤਸੰਗਤ ਰੂਪ ਵਿੱਚ ਜੁੜਨ ਦਾ, ਸਤਸੰਗਤ ਰੂਪ ਟਕਸਾਲ ਦੇ ਵਿੱਚ ਸ਼ਬਦ ਦੀ ਸਾਧਨਾ ਦੇ ਨਾਲ ਆਪਣੇ ਮਨ ਬੁੱਧ ਚਿੱਤ ਸੁਰਤ ਸਭ ਦੀ ਨਿਰਮਲ ਘਾੜਤ ਕੱਢਣ ਦਾ, ਆਪਣੇ ਇਸ ਮਨੁੱਖਾ ਜੀਵਨ ਦੇ ਦੁਰਲੱਭ ਅਵਸਰ ਨੂੰ ਗੁਰੂ ਕੀ ਕਾਰ ਦੇ ਸਦਕਾ ਸਫਲ ਕਰਨ ਦਾ ਅਵਸਰ ਬਖਸ਼ਿਸ਼ ਕਰਕੇ ਨਵਾਜ਼ਿਸ਼ ਕੀਤੀ ਹੈ ਜੀ। ਆਪ ਜੀ ਬੜੇ ਸੁਭਾਗਸ਼ਾਲੀ ਹੋ, ਜੋ ਆਪਣੇ ਜੀਵਨ ਦੀ ਸਭ ਤੋਂ ਅਮੋਲਕ ਅਤੇ ਉੱਤਮ ਕਰਮਸ਼ੀਲਤਾ ਨੂੰ ਧਾਰਨ ਕਰਦਿਆਂ ਸਤਿਗੁਰੂ ਕੀ ਰਹਿਮਤ ਦੇ ਪਾਤਰ ਬਣਨ ਦਾ ਸ਼ੁਭ ਉਦਮ ਕਰ ਰਹੇ ਹੋ ਜੀ। ਸਤਿਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਆਪ ਜੀ ਭਗਤ ਸਿਰਮੌਰ ਭਗਤ ਕਬੀਰ ਸਾਹਿਬ ਜੀ ਦੇ ਲੜੀਵਾਰ ਸਲੋਕਾਂ ਦੀ ਗਿਆਨਮਈ ਸ਼ਬਦ ਅਨੁਭਵ ਭਰੀ ਵਿਚਾਰ ਦੇ ਨਾਲ ਜੁੜ ਕੇ ਅਧਿਆਤਮਕ ਲਾਭ ਪ੍ਰਾਪਤ ਕਰਨ ਦਾ ਯਤਨ ਕਰਦੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਹਰਿ ਕਾ ਸਿਮਰਨ ਜੋ ਕਰੈ, ਸੋ ਸੁਖੀਆ ਸੰਸਾਰ। ਭਗਤ ਸਾਹਿਬ ਭਗਤ ਕਬੀਰ ਸਾਹਿਬ ਜੀ ਲੜੀਵਾਰ ਸਲੋਕਾਂ ਦੇ ਅੰਤਰਗਤ ਇਸ ਤੋਂ ਪਹਿਲੇ ਸਲੋਕ ਵਿੱਚ ਬਖਸ਼ਿਸ਼ ਕਰਕੇ ਨਵਾਜ਼ਿਸ਼ ਕੀਤੀ ਸੀ। ਕਬੀਰ ਬਿਕਾਰਹਿ ਚਿਤਵਤੇ ਝੂਠੇ ਕਰਤੇ ਆਸ, ਕਿ ਜਿਨ੍ਹਾਂ ਮਨੁੱਖਾਂ ਕੋਲੋਂ ਜੀਵਨ ਦਾ ਨਾ ਕੋਈ ਗਿਆਨਮਈ ਮਨੋਰਥ ਹੈ, ਨਾ ਅਧਿਆਤਮਿਕ ਮਨੋਰਥ ਹੈ, ਕੇਵਲ ਮਨ ਜਿਹੜਾ ਹੈ ਮਾਇਆ ਦੇ ਤਹਿਤ ਵਿਕਾਰਾਂ ਵਿੱਚ ਭਰਮਿਆ ਹੋਇਆ ਹੈ ਅਤੇ ਸਾਰੀ ਜੀਵਨ ਵਿਕਾਰਾਂ ਦੀ ਹੀ ਖਾਣ ਨੂੰ ਪੂਰਾ ਕਰਨ ਦੇ ਵਿੱਚ ਲੱਗੇ ਰਹਿੰਦੇ ਹਨ। ਦੂਜੀ ਤਰਫ ਜਗਤ ਦਾ ਜਿਹੜਾ ਸਾਰਾ ਕੁਝ ਨਾਸ਼ਵਾਨ ਹੈ, ਉਸ ਨਾਸ਼ਵਾਨ ਦੀ ਹਰ ਵੇਲੇ ਮਨ ਵਿੱਚ ਆਸ ਲਗਾਈ ਰੱਖਦੇ ਹਨ, ਆਸਾਂ ਦੇ ਵਿੱਚ ਆਪਣੇ ਆਪ ਨੂੰ ਲਿਪਤ ਰੱਖਦੇ ਹਨ। ਤਾਂ ਭਗਤ ਕਬੀਰ ਸਾਹਿਬ ਜੀ ਫਰਮਾਉਂਦੇ ਕਿ ਐਸੇ ਮਨੁੱਖਾਂ ਦਾ ਜੀਵਨ ਜਿੱਥੇ ਵਿਕਾਰਾਂ ਕਰਕੇ ਮਲੀਨ ਹੋ ਜਾਂਦਾ ਹੈ, ਉੱਥੇ ਝੂਠੀਆਂ ਆਸਾਂ ਕਰਕੇ ਜਗਤ ਦੇ ਵਿੱਚ ਇਹਨਾਂ ਦਾ ਜੀਵਨ ਅਧੂਰਾ ਰਹਿ ਜਾਂਦਾ ਹੈ, ਕਿਉਂਕਿ ਵਿਕਾਰਾਂ ਕਰਕੇ ਮਨ ਦੇ ਨਿਰਮਲ ਜੋਤ ਸਰੂਪ ਦੀ ਪਛਾਣ ਨਹੀਂ ਹੁੰਦੀ ਅਤੇ ਵਿਅਸਤ ਪ੍ਰਕਾਰ ਦੀਆਂ ਆਸਾਂ ਜਿਹੜੀਆਂ ਜਗਤ ਤੋਂ ਰੱਖਦੇ ਨੇ ਉਹਦੇ ਕਰਕੇ ਪ੍ਰਭੂ ਦੀ ਸਰਮੌਰ ਹਸਤੀ ਦੀ ਪਛਾਣ ਨਹੀਂ ਹੁੰਦੀ ਅਤੇ ਨਾ ਹੀ ਆਪਣੇ ਮਨੁੱਖਾ ਜੀਵਨ ਦਾ ਕੋਈ ਪ੍ਰਯੋਜਨ ਸਮਝ ਆਉਂਦਾ ਹੈ। ਇਸ ਕਰਕੇ ਇਸ ਜਗਤ ਤੋਂ ਫਿਰ ਉਹ ਨਿਰਾਸ਼ ਉੱਠ ਕੇ ਚਲੇ ਜਾਂਦੇ ਹਨ। ਭਗਤ ਕਬੀਰ ਸਾਹਿਬ ਜੀ ਇਸੇ ਪ੍ਰਕਾਰ ਬਖਸ਼ਿਸ਼ ਕਰਦੇ ਹਨ। ਕਬੀਰ ਹਰਿ ਕਾ ਸਿਮਰਨ ਜੋ ਕਰੈ, ਸੋ ਸੁਖੀਆ ਸੰਸਾਰ। ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਹਰੀ ਪ੍ਰਭੂ ਦਾ ਜੋ ਸਿਮਰਨ ਕਰਦਾ ਹੈ ਉਹ ਭਗਤ ਕਬੀਰ ਸਾਹਿਬ ਜੀ ਇਸ ਕਹਿੰਦੇ ਇਸ ਸੰਸਾਰ ਦੇ ਵਿੱਚ ਸੁਖੀ ਹੈ, ਸਹਿਜ ਹੈ। ਉਸ ਦਾ ਜੀਵਨ, ਉਸ ਦਾ ਹਿਰਦਾ, ਉਹਦੇ ਜੀਵਨ ਦੀ ਸਮੁੱਚੀ ਅਵਸਥਾ ਆਰਾਮਦਾਇਕ ਹੈ, ਆਨੰਦਦਾਇਕ ਹੈ, ਜਿਹੜਾ ਆਪਣੇ ਜੀਵਨ ਦੇ ਵਿੱਚ ਸਿਮਰਨ ਦੇ ਆਧਾਰ ਨਾਲ ਜਿਉਂ ਰਿਹਾ ਹੈ। ਅਤੇ ਬਖਸ਼ਿਸ਼ ਕਰਦੇ ਹਨ, ਇਤ ਉਤ ਕਤਹਿ ਨ ਡੋਲਈ ਜਿਸ ਰਾਖੈ ਸਿਰਜਨਹਾਰ। ਅਤੇ ਸਿਮਰਨ ਦੇ ਆਧਾਰ ਵਾਲਾ ਮਨੁੱਖ ਜਗਤ ਵਿੱਚ ਕਿਸੇ ਪ੍ਰਕਾਰ ਕਰਕੇ ਭਟਕਦਾ ਨਹੀਂ, ਭਰਮਦਾ ਨਹੀਂ,
ਨਿਰਾਸ਼ ਨਹੀਂ ਹੁੰਦਾ, ਕਿਉਂਕਿ ਸਿਮਰਨ ਦੇ ਯਤਨ ਦੇ ਨਾਲ ਸਿਰਜਣਹਾਰ ਆਪ ਉਸ ਦੀ ਰੱਖਿਆ ਕਰਦਾ ਹੈ। ਹੁਣ ਇਸ ਸ਼ਲੋਕ ਨੂੰ ਸ਼ਬਦ ਵਿਚਾਰ ਦੇ ਨੁਕਤੇ ਤੋਂ ਸਮਝਣ ਦਾ, ਵਿਚਾਰਨ ਦਾ, ਬੁੱਝਣ ਦਾ ਯਤਨ ਕਰੀਏ ਜੀ। ਭਗਤ ਕਬੀਰ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਹਰ ਕਾ ਸਿਮਰਨ ਜੋ ਕਰੈ। ਜੇ ਅਸੀਂ ਦੁਨਿਆਵੀ ਤਲ 'ਤੇ ਇਸ ਗੱਲ ਨੂੰ ਵਿਚਾਰੀਏ, ਜਿਹੜੀ ਯਾਦ ਹੈ ਉਹੀ ਮਨੁੱਖੀ ਜੀਵਨ ਦਾ ਆਧਾਰ ਹੈ। ਅਸੀਂ ਵਰਤਮਾਨ ਸਮੇਂ 'ਚ ਜਿਉ ਰਹੇ ਹਾਂ, ਬੜਾ ਕੁਝ ਸਾਡੇ ਕੋਲੋਂ ਚੰਗਾ ਜਾਂ ਜਿਹੜਾ ਸੁਹਾਵਣਾ ਸੀ ਜਾਂ ਜਿਹੜਾ ਮਨ ਨੂੰ ਬਹੁਤ ਸਹਿਜ ਲੱਗਦਾ ਸੀ, ਆਨੰਦਦਾਇਕ ਲੱਗਦਾ ਸੀ, ਉਹ ਬਹੁਤ ਕੁਝ ਭਾਵੇਂ ਸਾਡੇ ਕੋਲ ਛੁੱਟ ਗਿਆ ਕਾਲ ਦੀ ਮਾਰ ਕਰਕੇ ਜਾਂ ਜੀਵਨ ਦੀਆਂ ਬਦਲਦੀਆਂ ਪ੍ਰਸਥਿਤੀਆਂ ਕਰਕੇ ਬੜਾ ਕੁਝ ਛੁੱਟ ਗਿਆ। ਜਿਵੇਂ ਉਦਾਹਰਨ ਦੇ ਤੌਰ 'ਤੇ ਮਨੁੱਖ ਦੇ ਕੋਲੋਂ ਉਹਦਾ ਬਚਪਨ ਨਹੀਂ ਰਹਿੰਦਾ, ਜੋਬਨ ਅਵਸਥਾ ਨਹੀਂ ਰਹਿੰਦੀ, ਪਰ ਬਚਪਨ ਅਤੇ ਜੋਬਨ ਅਵਸਥਾ ਦੇ ਵਿੱਚ ਜੀਵਨ ਦੇ ਜਿਹੜੇ ਮਨੁੱਖ ਨੇ ਰੰਗ ਮਾਣੇ ਹੁੰਦੇ ਨੇ ਜਾਂ ਆਪਣੇ ਜੀਵਨ ਨੂੰ ਬੜੀ ਬੇਪਰਵਾਹੀ ਵਿੱਚ ਜੀਵਿਆ ਹੁੰਦਾ ਹੈ, ਉਸ ਸਮੇਂ ਨੂੰ ਮਨੁੱਖ ਯਾਦ ਕਰਕੇ ਆਪਣੇ ਜੀਵਨ ਨੂੰ ਸਹਿਲ ਬਣਾਉਂਦਾ ਹੈ। ਵਿਛੋੜੇ ਕਰਕੇ ਦੁਨੀਆ ਵਿਆਕੁਲ ਹੁੰਦੀ ਹੈ, ਪਰ ਕਿਸੇ ਪ੍ਰਿਯ ਦੀ ਯਾਦ ਆਉਣ ਕਰਕੇ ਉਹਦਾ ਵਿਛੋੜਾ ਵੀ ਸਹਿਲ ਹੋ ਜਾਂਦਾ ਹੈ। ਇਸ ਕਰਕੇ ਮਨੁੱਖੀ ਜਿਹੜੀ ਜੀਵਨ ਹੈ ਉਹਦੇ ਵਿੱਚ ਯਾਦ ਦਾ ਬੜਾ ਮਹੱਤਵ ਹੈ। ਇਸ ਕਰਕੇ ਸਿਮਰਨ ਸ਼ਬਦ ਜਦੋਂ ਯਾਦ ਨੂੰ ਸੰਸਕ੍ਰਿਤ ਵਿੱਚ ਕਿਹਾ ਜਾਏਗਾ ਉਦੋਂ ਸਿਮਰਨ ਬਣੇਗਾ। ਜਦੋਂ ਪੰਜਾਬੀ ਵਿੱਚ, ਠੇਠ ਪੰਜਾਬੀ ਵਿੱਚ ਕਿਹਾ ਜਾਏਗਾ ਤਾਂ ਅਰਥ ਬਣਨਗੇ ਚੇਤਾ ਕਰੋ। ਜਦੋਂ ਉਰਦੂ, ਅਰਬੀ, ਫਾਰਸੀ 'ਚ ਬਣੇਗੀ ਇਹਦਾ ਅਰਥ ਬਣੇਗੇ ਯਾਦ ਕਰੋ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਹਰ ਕਾ ਸਿਮਰਨ ਜੋ ਕਰੈ। ਹੁਣ ਇੱਥੇ ਇੱਕ ਨੁਕਤਾ ਅਰਜ਼ ਕਰਦਿਆਂ ਸੰਸਾਰ ਦੇ ਸੰਬੰਧੀਆਂ ਨੂੰ ਯਾਦ ਕਰਦੇ ਹਾਂ। ਉਹਨਾਂ ਦਾ ਰੂਪ ਹੈ, ਆਕਾਰ ਹੈ, ਰੰਗ ਹੈ, ਉਹਨਾਂ ਦੇ ਨਾਲ ਕਦੇ ਨਾ ਕਦੇ ਰੂਬਰੂ ਵੀ ਹੋਏ ਹਾਂ ਜਾਂ ਉਹ ਬਹੁਤ ਸਮਾਂ ਸਾਡੇ ਨੇੜੇ ਰਹੇ ਨੇ। ਇਸ ਕਰਕੇ ਉਹਨਾਂ ਨੂੰ ਯਾਦ ਕਰਨ ਦੇ ਵਿੱਚ ਕੋਈ ਖਾਸ ਤਰ੍ਹਾਂ ਦਾ ਯਤਨ ਨਹੀਂ ਕਰਨਾ ਪੈਂਦਾ। ਉਹਨਾਂ ਦਾ ਨਕਸ਼, ਉਹਨਾਂ ਦੀਆਂ ਆਦਤਾਂ, ਲੱਛਣ ਸਾਡੇ ਅੰਦਰ ਆਪਣੇ ਆਪ ਵਸੇ ਹੋਏ। ਪਰ ਦੂਜੀ ਤਰਫ ਜਦੋਂ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਹਰ ਕਾ ਸਿਮਰਨ ਜੋ ਕਰੈ, ਤਾਂ ਫਿਰ ਸਮਝਣਾ ਪਏਗਾ ਕਿ ਹਰ ਹੀ ਪ੍ਰਭੂ ਦੀ ਹਸਤੀ ਨੂੰ ਆਪਣੀ ਸਿਮਰਤੀ ਦੇ ਵਿੱਚ ਉਹਦੇ ਸਮੁੱਚੇ ਸਰੂਪ ਨੂੰ ਪਹਿਲਾਂ ਬੁੱਝਿਆ ਕਿਵੇਂ ਜਾਵੇ। ਕਿਉਂਕਿ ਉਹਦੇ ਬਾਰੇ ਤਾਂ ਕਿਹਾ ਜਾਂਦਾ ਹੈ ਕਿ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ, ਕਿ ਰੂਪ ਨਾ ਰੇਖ ਨਾ ਰੰਗ ਕੁਛ ਤ੍ਰਿਹ ਗੁਣ ਤੇ ਪ੍ਰਭ ਪਿੰਨ। ਇਸ ਤਰ੍ਹਾਂ ਦੀ ਉਸ ਪ੍ਰਭੂ ਦੀ ਉੱਚ ਅਵਸਥਾ ਦਾ ਬਿਆਨ ਕੀਤਾ ਜਾਂਦਾ ਹੈ। ਫਿਰ ਕਿਸ ਤਰ੍ਹਾਂ ਬੁੱਝਿਆ ਜਾ ਸਕੇ, ਤਾਂ ਫਿਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਸਿਮਰਨ ਦੇ ਆਧਾਰ ਨਾਲ ਹੀ ਉਸ ਪ੍ਰਭੂ ਦੇ ਹਰੀ ਸਰੂਪ ਨੂੰ ਸਮਝਿਆ ਜਾ ਸਕਦਾ। ਇਹਦੇ ਨੁਕਤੇ ਲੜੀਵਾਰ ਰੂਪ ਦੇ ਵਿੱਚ ਆਪਦੇ ਸਨਮੁਖ ਰੱਖਦੇ ਹਾਂ ਕਿ ਸਿਮਰਨ 'ਤੇ ਸਾਡਾ ਜੀਵਨ ਕਿਵੇਂ ਕੇਂਦਰਿਤ ਹੋਣਾ ਚਾਹੀਦਾ। ਸਭ ਤੋਂ ਪਹਿਲਾਂ ਸਿਮਰਨ ਦਾ ਆਧਾਰ ਮਨੁੱਖ ਦੇ ਕੋਲ, ਜਦੋਂ ਅਸੀਂ ਪਿਛਲੇ ਸ਼ਲੋਕਾਂ ਦੀ ਜਿੰਨੀ ਵਿਚਾਰ ਕਰ ਰਹੇ ਹਾਂ ਉਹਨਾਂ ਦੇ ਵਿੱਚੋਂ ਹੀ ਹਰੀ ਦੇ ਸਿਮਰਨ ਦੇ ਭਾਵ ਨੂੰ ਬੁੱਝਣ ਦਾ ਯਤਨ ਕਰੀਏ ਤਾਂ ਸਮਝ ਆਏਗਾ ਕਿ ਜਦੋਂ ਮਨੁੱਖ ਹਰੀ ਸਿਮਰਨ, ਜਿਵੇਂ ਹਜ ਕਾਬੇ ਜਾਂ ਗੰਗਾ ਹਰਿਦੁਆਰ ਜਾਂ ਕਿਤੇ ਹੋਰ ਜਾਣ ਦੀ ਇੱਛਾ ਹੈ, ਅਤੇ ਪ੍ਰਭੂ ਦੇ ਰੂਪ ਨੂੰ ਉੱਥੇ ਸਮਝਣ ਦੀ ਜਿਹੜੀ ਮਨ ਦੇ ਵਿੱਚ ਗਿਆਨ ਹੈ, ਭਗਤ ਕਬੀਰ ਸਾਹਿਬ ਜੀ ਕਹਿੰਦੇ ਜੇ ਹਰੀ ਕਾ ਸਿਮਰਨ ਮਨੁੱਖ ਦੇ ਕੋਲ ਹੋਵੇ ਤਾਂ ਇਹ ਕਿਸੇ ਹੋਰ ਮੰਦਰ, ਮਸਜਿਦ, ਗੁਰਦੁਆਰ ਵਿੱਚ ਜਾਣ ਦੀ ਬਜਾਏ ਆਪਣੇ ਸਰੀਰ ਨੂੰ ਹਰਮੰਦਰ ਰੂਪ ਸਮਝ ਕੇ ਅਤੇ ਪ੍ਰਭੂ ਦਾ ਜੋ ਆਤਮ ਸਰੂਪ ਇਹਦੇ ਅੰਦਰ ਪ੍ਰਕਾਸ਼ ਹੈ ਉਸ ਨੂੰ ਆਪਣੇ ਗਿਆਨ ਦੇ ਨਾਲ, ਸ਼ਬਦ ਦੇ ਅਭਿਆਸ ਨਾਲ ਦ੍ਰਿੜ ਕਰਕੇ ਮਾਣੇ ਅਤੇ ਆਪਣੇ ਜੀਵਨ ਦੇ ਵਿੱਚ ਪਰਮ ਪ੍ਰਕਾਸ਼ ਦੇ ਸਹਿਤ ਹੋ ਜਾਵੇ। ਇਸ ਕਰਕੇ ਹਰੀ ਕਾ ਸਿਮਰਨ ਦਾ ਪਹਿਲਾ ਭਾਵ ਇਹ ਹੋਇਆ ਕਿ ਆਪਣੇ ਜੀਵਨ ਨੂੰ ਹੀ ਪ੍ਰਭੂ ਦਾ ਮੰਦਰ ਜਾਣ ਕੇ ਅਤੇ ਉਸ ਨੂੰ ਸਦਾ ਇਸ ਅਭਿਆਸ ਵਿੱਚ ਰਹਿਣਾ ਕਿ ਜੇ ਮੇਰੇ ਕੋਲ ਕਿਸੇ ਤਰ੍ਹਾਂ ਦਾ ਧਾਰਮਿਕ ਸਥਾਨ ਪਰ ਜਾਣ ਦਾ ਯਤਨ ਨਹੀਂ ਹੋਇਆ ਤਾਂ ਮੇਰੀ ਕਾਇਆ ਮੰਦਰ ਰੂਪ ਹੈ, ਜਿਹੜਾ ਮਨ ਹੈ ਉਹ ਦੁਆਰ ਹੈ, ਅਤੇ ਜਿਹੜਾ ਉਹਦੇ ਅੰਦਰ ਹਿਰਦੇ ਨੇ ਯਾਦ ਕਰਕੇ ਆਰਾਧਨਾ ਹੈ ਉਹ ਉਸ ਮਾਲਕ ਦੀ ਜੋਤ ਦਾ ਪ੍ਰਕਾਸ਼ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜੇ ਇਸ ਤਰ੍ਹਾਂ ਕਰਦੇ ਨੇ ਸੋ ਸੁਖੀਆ ਸੰਸਾਰ, ਕਿਉਂਕਿ ਉਹਨਾਂ ਦਾ ਜੀਵਨ ਸਹਿਜ ਹੋਣਾ ਸ਼ੁਰੂ ਕਰ ਦਿੰਦਾ ਹੈ। ਹੁਣ ਯਾਦ ਦੇ ਵਿੱਚ ਕਿਵੇਂ ਹੈ, ਇਹਨੂੰ ਇਸ ਪੱਖ ਨੂੰ ਜਾਣ ਲਈਏ। ਹੁਣ ਦੁਨਿਆਵੀ ਤਲ 'ਤੇ
ਜੀਵਾਂ ਦੇ ਆਪਸ ਦੇ ਵਿੱਚ ਬੜੀ ਦੂਰੀ ਹੁੰਦੀ ਹੈ। ਉਹ ਦੂਰੀ ਉਹਨਾਂ ਦੇ ਜੀਵਨ ਨੂੰ ਕਈ ਵਾਰੀ ਬੇਚੈਨ ਕਰਦੀ ਹੈ, ਵਿਆਕੁਲ ਕਰਦੀ ਹੈ। ਪਰ ਉਸ ਦੂਰੀ ਦੇ ਵਿੱਚ ਜੇ ਯਾਦ ਵਾਪਰ ਜਾਏ, ਜਿਹੜਾ ਦੂਰ ਹੈ, ਜਿਹਦੇ ਤੋਂ ਵਿਛੋੜਾ ਹੋਇਆ ਹੈ, ਜੇ ਉਹਦੀ ਯਾਦ ਵਾਪਰ ਜਾਏ ਤਾਂ ਉਹਦੇ ਵਿਛੋੜੇ ਦੀ ਵਿਆਕੁਲਤਾ, ਬੇਚੈਨੀ ਬਹੁਤ ਹੱਦ ਤੱਕ ਘਟ ਜਾਂਦੀ ਹੈ। ਇਸੇ ਤਰ੍ਹਾਂ ਜਦੋਂ ਜਗਤ ਦੀ ਮਾਇਆ ਵਿੱਚ ਮਨੁੱਖ ਆਉਂਦਾ ਹੈ, ਜਗਤ ਦੇ ਮਾਇਆ ਦੇ ਪ੍ਰਪੰਚ ਵਿੱਚ ਭਰਮਦਾ ਹੈ ਅਤੇ ਜੀਵਨ ਨੂੰ ਕੇਵਲ ਬਾਹਰੀ ਜਾਣ ਲੈਂਦਾ ਹੈ ਅਤੇ ਉਹਨਾਂ ਵਿੱਚ ਭਰਮਦਾ ਆਪਣੇ ਸੱਤ ਸਰੂਪ ਨੂੰ ਯਾਦ ਨਹੀਂ ਰੱਖਦਾ ਅਤੇ ਫਿਰ ਇਹੀ ਜਗਤ ਦਾ ਜੀਵਨ ਨੂੰ ਦੁੱਖ ਪਹੁੰਚਾਉਣ ਲੱਗ ਪੈਂਦਾ ਹੈ। ਭਾਵ ਕਿ ਜਿਹੜਾ ਪਹਿਲਾ ਸੰਬੰਧੀ ਸੀ, ਜਿਹਦੇ ਕਰਕੇ ਸੰਸਾਰ ਬਣਿਆ, ਆਪਣੀ ਆਤਮਾ ਉਹਨੂੰ ਨਹੀਂ ਜਾਣਿਆ, ਪਰ ਸੰਸਾਰ ਦੇ ਸੰਬੰਧੀਆਂ ਨੂੰ ਜਾਣ ਲਿਆ ਅਤੇ ਸੰਸਾਰ ਦੇ ਸੰਬੰਧੀਆਂ ਦੇ ਉਹਨਾਂ ਨਾਲ ਵੀ ਸਰੀਰ ਕਰਕੇ ਜੁੜਿਆ, ਆਤਮ ਕਰਕੇ ਨਹੀਂ ਜੁੜਿਆ। ਇਸ ਕਰਕੇ ਸਰੀਰ ਬਿਨਸਦੇ ਗਏ, ਦੁਖੀ ਹੁੰਦਾ ਗਿਆ, ਪਛੇਮਾਨ ਹੁੰਦਾ ਗਿਆ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਰਿ ਕਾ ਸਿਮਰਨ ਜੋ ਕਰੈ, ਜਿਹੜਾ ਹਰੀ ਪ੍ਰਭੂ ਦੇ ਸਰੂਪ ਨੂੰ ਹਰ ਆਕਾਰ ਰੂਪ ਰੰਗ ਵਿੱਚ ਸਮਝ ਕੇ ਉਹਦਾ ਅਭਿਆਸ ਕਰਦਾ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸ ਗੱਲ ਦੇ ਅਭਿਆਸ ਵਿੱਚ ਰਹਿਣ ਵਾਲਾ ਸੋ ਸੁਖੀਆ ਸੰਸਾਰ, ਉਹ ਸਦਾ ਹੀ ਜਗਤ ਦੇ ਵਿੱਚ ਸੁੱਖ ਦੀ ਪ੍ਰਤੀਤ ਮਾਣਦਾ ਹੈ। ਪਹਿਲਾ ਭਾਵ। ਦੂਜਾ ਭਾਵ ਹੈ ਕਿ ਜਦੋਂ ਮਨੁੱਖ ਦੇ ਅੰਦਰ ਹਉਮੈ ਸਵਾਰ ਹੋ ਜਾਂਦੀ ਹੈ, ਉਹ ਦੂਜਿਆਂ ਜੀਵਾਂ ਦੇ ਅੰਦਰ ਮਾਲਕ ਦੀ ਜੋਤ ਨਹੀਂ ਸਮਝਦਾ। ਜਿਵੇਂ ਜ਼ਿਕਰ ਆਇਆ ਸੀ, ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਜੀ ਜੋ ਮਾਰੇ ਜੋਰ ਕਰ। ਇਸ ਕਰਕੇ ਜਿਹੜਾ ਹਰੀ ਕਾ ਸਿਮਰਨ ਕਰਨ ਵਾਲਾ ਹੈ, ਉਹ ਜਗਤ ਦੇ ਵਿੱਚ ਇਸ ਕਰਕੇ ਅਦਬ ਨਹੀਂ ਕਰਦਾ ਕਿਸੇ ਦੂਜੇ ਦਾ ਕਿ ਜੀ ਮੈਂ ਦੂਜੇ ਦਾ ਅਦਬ ਕਰਾਂ ਅਤੇ ਮੈਨੂੰ ਚੰਗਾ ਮੈਨੂੰ ਮਾਣ ਮਿਲੇਗਾ, ਜਾਂ ਮੈਨੂੰ ਲੋਕ ਕਹਿਣਗੇ ਕਿ ਇਹਨੂੰ ਦੂਜਿਆਂ ਦਾ ਸਤਿਕਾਰ ਕਰਨਾ ਬੜਾ ਆਉਂਦਾ ਹੈ। ਇਸ ਕਰਕੇ ਨਹੀਂ ਉਹ ਕਰਦਾ। ਕੋਈ ਨੈਤਿਕਤਾ ਦੇ ਮਾਪਦੰਡਾਂ ਵਿੱਚ ਪੈ ਕੇ ਉਹ ਕਿਸੇ ਦੂਜੇ ਦਾ ਅਦਬ ਕਰਨਾ ਨਹੀਂ ਸਿੱਖਦਾ। ਉਹ ਸਮਝਦਾ ਹੈ ਕਿ ਜਿਸ ਆਤਮ ਦੇ ਨੂਰ ਨਾਲ ਮੈਂ ਸਾਜਿਆ ਗਿਆ ਹਾਂ, ਮੇਰਾ ਜੀਵਨ ਬਣਿਆ ਹੈ, ਉਸੇ ਆਤਮ ਦੇ ਪ੍ਰਕਾਸ਼ ਨਾਲ ਇਹ ਵੀ ਮਨੁੱਖ ਸਾਜਿਆ ਹੈ। ਬਾਹਰੀ ਤੌਰ 'ਤੇ ਭਾਵੇਂ ਕਿੰਨੀਆਂ ਵੱਖਰਤਾਵਾਂ ਹੋਣ, ਪਰ ਆਤਮ ਸਰੂਪ ਕਰਕੇ ਅਸੀਂ ਇੱਕੋ। ਇਸ ਕਰਕੇ ਦੂਜੇ ਦੇ ਅੰਦਰ ਆਤਮਾ ਦੀ, ਪਰਮਾਤਮਾ ਦੀ ਵਿਦਮਾਨਤਾ ਨੂੰ ਸਮਝ ਕੇ ਉਸ ਨੂੰ ਅਦਬ ਦੇਣ ਦੀ ਭਾਵਨਾ ਜਿਹੜੀ ਹੈ, ਉਸ ਨੂੰ ਉਹਦੇ ਵਿੱਚ ਮੌਜੂਦ ਸਮਝਣ ਦੀ ਜਿਹੜੀ ਭਾਵਨਾ ਹੈ, ਇਹ ਵੀ ਹਰੀ ਕਾ ਸਿਮਰਨ ਬਣਦਾ। ਅਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜੇ ਇੰਜ ਕਰਦੇ ਹਨ ਸੋ ਸੁਖੀਆ ਸੰਸਾਰ। ਭਾਵ ਕਿ ਜਗਤ ਨੂੰ ਇੰਨਾ ਅਦਬ ਦੇਣਾ ਅਤੇ ਇਸ ਅਦਬ ਨੂੰ ਧਾਰਨ ਕਰਨ ਦੇ ਲਈ ਧਰਮ ਦੇ ਸਦਗੁਣ ਜ਼ਰੂਰੀ ਹਨ। ਹੁਣ ਇੰਨਾ ਤਾਂ ਹਰ ਬੰਦਾ ਹੀ ਜਾਣਦਾ ਹੈ ਕਿ ਹਰ ਮਨੁੱਖ ਦੇ ਅੰਦਰ, ਹਰ ਰਚਨਾ ਦੇ ਅੰਦਰ ਮਾਲਕ ਦੀ ਜੋਤ ਪ੍ਰਕਾਸ਼ਮਾਨ ਹੈ। ਪਰ ਮਨੁੱਖ ਦੇ, ਅਕਾਲ ਪੁਰਖ ਦੇ ਸਾਜੇ ਹੋਏ ਜੀਵ ਅਧਰਮ ਦੇ, ਊਚ ਨੀਚ ਦੇ, ਗਲਤ ਸਹੀ ਦੇ ਕਰਮ ਕਰਦੇ ਹਨ। ਤਾਂ ਫਿਰ ਮਨੁੱਖ ਜੇ ਇਸ ਚੀਜ਼ ਕੈਟਾਗਰੀ ਵਿੱਚ ਪੈ ਜਾਏ ਤਾਂ ਫਿਰ ਪ੍ਰਭੂ ਦਾ ਸਰੂਪ ਨਹੀਂ ਬੁੱਝ ਸਕਦਾ, ਉਹਦੇ ਨਹੀਂ ਉਸ ਅਭਿਆਸ ਵਿੱਚ ਰਹਿ ਸਕਦਾ। ਫਿਰ ਕੁਝ ਧਰਮ, ਇਸ ਅਦਬ ਨੂੰ ਪੂਰਿਆਂ ਕਰਨ ਲਈ ਧਰਮ ਦੇ ਸਦਗੁਣ ਧਾਰਨ ਕਰਨੇ ਪੈਂਦੇ ਹਨ, ਦਇਆ ਦੇ ਰੂਪ ਵਿੱਚ। ਕਿ ਹੁਣ ਉਦਾਹਰਨ ਦੇ ਤੌਰ 'ਤੇ ਅਸੀਂ ਤਾਂ ਕਿਸੇ ਦਾ ਅਦਬ ਇਸ ਕਰਕੇ ਕੀਤਾ ਕਿ ਉਹਦੇ ਅੰਦਰ ਆਤਮ ਜੋਤ ਹੈ, ਪਰ ਜੇ ਉਹਨੂੰ ਖੁਦ ਨੂੰ ਨਹੀਂ ਇਹ ਪਤਾ ਅਤੇ ਉਹ ਮੰਦ ਕਰਮ ਕਰ ਰਿਹਾ ਹੈ, ਅਤੇ ਉਹਦੇ ਬਾਹਰੀ ਮੰਦ ਕਰਮ ਨੂੰ ਦੇਖ ਕੇ ਉਹਦੇ ਆਤਮਾ ਦੇ ਨੂਰ ਤੋਂ ਨਹੀਂ ਇਨਕਾਰੀ ਹੋ ਜਾਣਾ, ਸਗੋਂ ਦਇਆ ਦੇ ਗੁਣ ਨਾਲ ਉਹਦੇ ਪੇਸ਼ ਆਉਣਾ ਹੈ। ਦਇਆ ਦੇ ਗੁਣ ਨਾਲ, ਖਿਮਾ ਦੇ ਗੁਣ ਨਾਲ, ਸਹਿਣਸ਼ੀਲਤਾ ਦੇ ਗੁਣ ਨਾਲ, ਸੰਜਮ ਦੇ ਗੁਣ ਨਾਲ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਸਿਮਰਨ ਦਾ ਦੂਜਾ ਭਾਵ ਕਿ ਹਰੇਕ ਦੇ ਅੰਦਰ ਮਾਲਕ ਦੀ ਵਿਦਮਾਨਤਾ ਸਮਝ ਕੇ ਆਪਣੇ ਜੀਵਨ ਨੂੰ ਜਿਹੜਾ ਹੈ ਓਨੇ ਅਦਬ ਦੇ ਵਿੱਚ, ਓਨੇ ਸਹਿਜ ਵਿੱਚ ਲੈ ਆਉਣਾ। ਜਦੋਂ ਇਸ ਤਰ੍ਹਾਂ ਦਾ ਮਨੁੱਖ ਜੀਵਨ ਜਿਉਂਦਾ ਹੈ ਸੋ ਸੁਖੀਆ ਸੰਸਾਰ। ਹੁਣ ਜਦੋਂ ਅਸੀਂ ਆਪਣੇ ਦੁਸ਼ਮਣ ਦੀ ਜਾਂ ਵਿਰੋਧੀ ਦੀ ਗਿਣਤੀ ਕਰਦੇ ਹਾਂ, ਸੁਖੀਆ ਦੀ ਪਰਿਭਾਸ਼ਾ ਸਪਸ਼ਟ ਕਰਦੇ ਹਾਂ ਕਿ ਸਿਮਰਨ ਨਾਲ ਕਿਵੇਂ ਹੁੰਦੀ। ਜਦੋਂ ਅਸੀਂ ਆਪਣੇ ਵਿਰੋਧੀ ਦੀ ਗਿਣਤੀ ਕਰਦੇ ਹਾਂ, ਜਦੋਂ ਆਪਣੇ ਪ੍ਰਤੀਦਵੰਦੀਆਂ ਦੀ ਗਿਣਤੀ ਕਰਦੇ ਹਾਂ, ਉਦੋਂ ਸਾਡੇ ਕੋਲ ਕੀ ਕਾਰਨ ਹੁੰਦਾ? ਉਹਦੇ ਕੋਲ, ਸਾਡੇ ਕੋਲ ਇਹੀ ਕਾਰਨ ਬਾਕੀ ਬਚਦਾ ਹੈ ਨਾ, ਜੇ ਉਹਨਾਂ ਕਿਸੇ ਸਮੇਂ ਮੇਰਾ ਨੁਕਸਾਨ ਕੀਤਾ, ਮੇਰਾ ਅਪਮਾਨ ਕੀਤਾ, ਮੇਰੇ ਜੀਵਨ ਦੇ ਮਾਨ ਸਨਮਾਨ ਨੂੰ ਹਾਨੀ ਪਹੁੰਚਾਉਣ ਦਾ ਯਤਨ ਕੀਤਾ, ਇਹੀ ਕਾਰਨ ਹੁੰਦੇ ਨੇ ਸਾਡੇ ਕੋਲੋਂ, ਜਾਂ ਮੇਰੀ ਮਹੱਤਤਾ ਨੂੰ ਨਹੀਂ ਜਾਣਿਆ। ਇੰਜ ਇਹ 3-4 ਹੀ ਕਾਰਨ ਹੁੰਦੇ ਨੇ ਜਦੋਂ ਅਸੀਂ ਕਿਸੇ ਨੂੰ ਆਪਣਾ ਵਿਰੋਧੀ ਗਿਣਦੇ। ਤਾਂ ਹੁਣ ਜਦੋਂ ਮਨੁੱਖ ਹਰੀ ਕੇ ਸਿਮਰਨ ਦੇ ਅਭਿਆਸ ਵਾਲਾ ਹੁੰਦਾ ਹੈ ਅਤੇ ਉਹ ਜਾਣਦਾ ਹੈ ਕਿ ਜਿਹੜੇ ਗੁਣ ਦਾ ਅਪਮਾਨ ਕਰਕੇ ਮੇਰਾ ਕੋਈ ਵਿਰੋਧੀ ਹੈ,
ਕਿਸੇ ਮੇਰੀ ਮਹੱਤਤਾ ਨੂੰ ਘਟਾ ਕੇ ਦੇਖਣ ਕਰਕੇ ਜਿਹਨੂੰ ਮੈਂ ਠੀਕ ਨਹੀਂ ਸਮਝ ਰਿਹਾ। ਇਹ ਤਾਂ ਉਦੋਂ ਬਣਿਆ ਸਾਰਾ ਕੁਝ ਜਦੋਂ ਅਸੀਂ ਸਰੀਰਾਂ ਵਿੱਚ ਆਏ ਅਤੇ ਸਰੀਰਾਂ ਦੇ ਭਿੰਨ ਭੇਦ ਭਾਵ, ਮਨਾਂ ਦੇ ਭਿੰਨ ਭਾਵ ਭੇਦ ਭਾਵ ਪੈਦਾ ਹੋਣੇ ਸ਼ੁਰੂ ਹੋਏ ਅਤੇ ਫਿਰ ਮਨੁੱਖ ਮਿੱਤਰ, ਦੁਸ਼ਮਣ, ਵਿਰੋਧੀ, ਸਹਿਯੋਗੀ ਇਹਨਾਂ ਦੀਆਂ ਕੈਟਾਗਰੀਆਂ ਵਿੱਚ ਆ ਗਿਆ। ਪਰ ਜਦੋਂ ਇਹ ਆਤਮ ਰਵੇ ਦੀ ਤਾਂ ਕੋਈ ਕੈਟਾਗਰੀ ਬਣਦੀ ਨਹੀਂ। ਇਸ ਕਰਕੇ ਇਸ ਗੱਲ ਦੇ ਅਭਿਆਸ ਰਹਿਣ ਨਾਲ ਮਨੁੱਖ ਦੇ ਕੋਲੋਂ ਕੋਈ ਗਿਣਤੀ ਨਹੀਂ ਹੁੰਦੀ ਕਿ ਮੇਰਾ ਵਿਰੋਧੀ ਜਾਂ ਮੇਰਾ ਪੱਖੀ, ਕਿ ਉਹ ਬਿਲਕੁਲ ਨਿਰਲੇਪ ਸਥਿਤੀ ਵਿੱਚ ਹੁੰਦਾ ਹੈ। ਇਸ ਕਰਕੇ ਜਦੋਂ ਬੰਦਾ ਨਿਰਲੇਪ ਹੁੰਦਾ ਹੈ ਸੋ ਸੁਖੀਆ ਸੰਸਾਰ, ਫਿਰ ਉਸ ਸੰਸਾਰ ਵਿੱਚ ਆਰਾਮ ਨਾਲ ਬਤੀਤ ਕਰਦਾ। ਇਸ ਕਰਕੇ ਤਾਂ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਰ ਕਾ ਸਿਮਰਨ ਜੋ ਕਰੈ। ਹੁਣ ਹਰੀ ਸਿਮਰਨ ਦਾ ਦੂਜਾ ਭਾਵ ਇਹ ਹੋ ਗਿਆ ਕਿ ਜਿਹੜਾ ਸਾਰਿਆਂ ਦੇ ਅੰਦਰ ਪ੍ਰਭੂ ਜੋਤ ਦੀ ਪਛਾਣ ਕਰਕੇ ਪੂਰੇ ਅਦਬ ਦੇ ਵਿੱਚ, ਪੂਰੇ ਸੰਜਮ ਦੇ ਵਿੱਚ ਰਹਿੰਦਾ, ਉਹ ਵੀ ਹਰੀ ਸਿਮਰਨ ਵਾਲਾ ਹੈ। ਹੁਣ ਹਰੀ ਸਿਮਰਨ ਦਾ ਤੀਜਾ ਭਾਵ ਇਹ ਹੈ ਜਿਹੜਾ ਇਸ ਸ਼ਲੋਕ ਦੁਆਰਾ ਸਪਸ਼ਟ ਹੋਇਆ ਹੈ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਜੀਵਨ ਦੇ ਵਿੱਚ ਜੋ ਕੁਝ ਅਸੀਂ ਆਪਣੇ ਯਤਨ ਨਾਲ ਜਾਂ ਸਾਨੂੰ ਪਿਤਰੀ ਸੰਪੱਤੀ ਦੇ ਰੂਪ ਵਿੱਚ ਪ੍ਰਾਪਤ ਹੁੰਦਾ ਹੈ ਉਹਨੂੰ ਅਸੀਂ ਆਪਣਾ ਸਮਝਣ ਲੱਗ ਪੈਂਦੇ ਹਾਂ ਅਤੇ ਇੱਥੋਂ ਜ਼ਿਆਦਾ ਸਮਝਦੇ ਹਾਂ ਕਿ ਕਿਸੇ ਦੂਜੇ ਦਾ ਉਹਦੇ ਲਈ ਪ੍ਰਯੋਗ, ਕਿਸੇ ਦੂਜੇ ਲਈ ਉਹਦੀ ਉੱਚਤਮ ਵਰਤੋਂ ਹੋਣ ਤੋਂ ਬਿਲਕੁਲ ਹੀ ਇਨਕਾਰੀ ਹੋ ਜਾਂਦੇ ਹਾਂ। ਤਾਂ ਹਰੀ ਕੇ ਸਿਮਰਨ ਕਰਨ ਵਾਲਾ ਮਨੁੱਖ ਫਿਰ ਇਸ ਤਰ੍ਹਾਂ ਵੀ ਸਿਮਰਨ ਕਰਦਾ ਹੈ ਕਿ ਤੇਰਾ ਤੁਝ ਕੋ ਸੌਂਪ ਤੇ। ਇਸ ਕਰਕੇ ਸਿਮਰਨ ਦੀਆਂ 3 ਵਿਧੀਆਂ ਸਾਡੇ ਜੀਵਨ 'ਚ ਆਪਣੇ ਆਪ ਚੱਲਦੀਆਂ ਨੇ। ਕਿਵੇਂ ਚੱਲਦੀਆਂ ਨੇ ਇਹ ਵੀ ਜ਼ਿਕਰ ਰੱਖਦੇ ਹਾਂ। ਅਸੀਂ ਸਮਝਦੇ ਹਾਂ ਕਿ ਸਿਮਰਨ ਇੱਕ ਤਰਫ ਹੁੰਦਾ, ਪਰ ਸਿਮਰਨ ਸਮੁੱਚਾ ਜੀਵਨ ਹੀ ਹੈ। ਇਸ ਕਰਕੇ ਸਿਮਰਨ ਦੇ 3 ਪੱਖ ਸਾਡੇ ਜੀਵਨ 'ਚ ਕਿਵੇਂ ਚੱਲਦੇ ਨੇ ਇਹ ਅਰਜ਼ ਕਰਦੇ ਹਾਂ। ਪਹਿਲਾ ਹੈ ਜਦੋਂ ਅਸੀਂ ਬਾਣੀ ਪੜ੍ਹ ਕੇ ਜਾਂ ਧਰਮ ਗ੍ਰੰਥਾਂ ਦੇ ਵਾਕਾਂ ਨੂੰ ਪੜ੍ਹ ਕੇ ਮਾਲਕ ਦਾ ਜ਼ਿਕਰ ਕਰਦੇ ਹਾਂ ਜਾਂ ਉਹਦਾ ਧੰਨਵਾਦ ਕਰਦੇ ਹਾਂ ਜਾਂ ਉਹਦੇ ਸਰੂਪ ਦੀ ਵਿਚਾਰ ਕਰਦੇ ਹਾਂ ਜਾਂ ਗਾਇਨ ਕਰਦੇ ਹਾਂ, ਇਹਨੂੰ ਸਿਮਰਨ ਅਭਿਆਸ ਕਿਹਾ ਜਾਂਦਾ। ਜਿਵੇਂ ਜਪਜੀ ਸਾਹਿਬ ਦੀ ਪੰਕਤੀ ਪੜ੍ਹਨੀ, ਦੇਂਦਾ ਦੇ ਲੈਂਦੇ ਥਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਇਹ ਭਾਵੇਂ ਪੜ੍ਹਨ ਦਾ ਕਰਮ ਹੈ, ਪਰ ਇਹਦੇ ਵਿੱਚ ਮਾਲਕ ਦੇ ਦਾਤਾਰ ਰੂਪ ਨੂੰ, ਉਹਦੇ ਪ੍ਰਤਪਾਲਕ ਰੂਪ ਨੂੰ, ਜਿਹੜਾ ਜੁਗੋ ਜੁਗ ਅਟਲ ਹੈ, ਉਹਨੂੰ ਯਾਦ ਕੀਤਾ ਜਾ ਰਿਹਾ ਹੈ। ਇਸ ਕਰਕੇ ਇਹ ਪੰਕਤੀ ਪੜ੍ਹਨਾ ਸਾਡਾ ਸਿਮਰਨ ਹੈ। ਇਸ ਕਰਕੇ ਪਹਿਲੇ ਪੱਧਰ ਦਾ ਸਿਮਰਨ ਇੰਝ ਹੋ ਜਾਂਦਾ। ਦੂਜੇ ਪੱਧਰ ਦਾ ਸਿਮਰਨ ਹੈ ਪ੍ਰਭੂ ਦੇ ਸਰੂਪ ਦੀ, ਜਿਹੜਾ ਸਾਡਾ ਆਮ ਜੀਵਨ ਦੇ ਵਿੱਚ ਜੁੜਿਆ ਹੈ। ਜਿਵੇਂ ਅਸੀਂ ਕਿਸੇ ਨੂੰ ਜੀਵਨ ਦੇ ਵਿੱਚ ਕੋਈ ਸਾਨੂੰ ਸਫਲਤਾ ਪ੍ਰਾਪਤ ਹੁੰਦੀ ਹੈ ਤਾਂ ਕੋਈ ਸਾਡੀ ਸਫਲਤਾ ਦੀ ਉਸਤਤ ਕਰਦਾ ਹੈ ਤਾਂ ਅਸੀਂ ਉਹਦਾ ਅਰਪਣ ਭਾਵ ਰੱਖਦੇ ਹਾਂ। ਅਰਪਣ ਭਾਵ ਦਾ ਮਤਲਬ ਉਹ ਸਫਲਤਾ ਦਾ ਸ਼੍ਰੇਅ ਆਪਣੇ ਆਪ 'ਤੇ ਲੈਣ ਦੀ ਬਜਾਏ ਅਸੀਂ ਕਹਿੰਦੇ ਹਾਂ, ਜਿਹੜੇ ਆਮ ਆਪਣੀ ਭਾਸ਼ਾ 'ਚ ਵਾਕ ਕਹਿੰਦੇ ਹਾਂ ਕਿ ਜੀ ਇਹ ਅਕਾਲ ਪੁਰਖ ਦੀ ਕਿਰਪਾ ਹੈ, ਉਹਨੇ ਸਾਡੇ 'ਤੇ ਮਿਹਰ ਕੀਤੀ, ਤਰਸ ਕੀਤਾ ਅਤੇ ਸਾਨੂੰ ਇਸ ਯੋਗ ਬਣਾਇਆ। ਇਹ ਵਾਕ ਕਹਿਣੇ ਵੀ ਮਨੁੱਖ ਦਾ ਸਿਮਰਨ ਹੈ। ਫਿਰ ਤੀਜਾ ਹੈ ਜਦੋਂ ਮਨੁੱਖ ਬਿਲਕੁਲ ਆਪਣੇ ਆਪ ਨੂੰ ਪ੍ਰਭੂ ਦਾ ਸਰੂਪ ਸਮਝ ਕੇ ਅਤੇ ਆਪਣੇ ਜੀਵਨ ਦੀ ਹਰੇਕ ਕਿਰਿਆ ਪ੍ਰਭੂ ਦੇ ਹੁਕਮ ਅਨੁਸਾਰ ਜਿਉਂਦਾ ਹੈ, ਮਨ ਵਿੱਚ ਗੋਹਜ ਚਿੰਤਨ ਕਰਦਾ ਹੈ ਪ੍ਰਭੂ ਦੇ ਸਾਰੇ ਰੂਪਾਂ ਦਾ, ਅਤੇ ਹਰੇਕ ਰੂਪ ਨੂੰ, ਹਰੇਕ ਕਿਰਿਆ ਨੂੰ ਗੂੜਾ ਬੁੱਝ ਕੇ ਉਹਦਾ ਧੰਨਵਾਦ ਪ੍ਰਗਟ ਕਰਦਾ, ਉਹਦਾ ਗਿਆਨ ਪ੍ਰਗਟ ਕਰਦਾ ਹੈ। ਫਿਰ ਉਹ ਉਹਦਾ ਧੰਨਵਾਦ ਹੁੰਦਾ ਜਿਵੇਂ ਪ੍ਰਭੂ ਦੇ ਰੂਪ ਨੂੰ ਬੁੱਝਣਾ। ਦਤਾਰ ਨੁਕਤੇ ਦੀ ਗੱਲ ਹੋਈ ਸੀ ਨਾ, ਅਤੇ ਇੱਥੋਂ ਤੱਕ ਦਤਾਰ ਦਾ ਜ਼ਿਕਰ ਰੱਖਣਾ ਕਿ ਜਿਹੜਾ ਵਿਸ਼ਟਾ ਕਾ ਕੀਟ ਹੈ, ਭਾਵ ਕਿ ਜਿਹੜਾ ਗੰਦਗੀ ਦਾ ਕੀੜਾ ਹੈ, ਉਹਦੀ ਜਿਹੜੀ ਖੁਰਾਕ ਹੈ ਗੰਦਗੀ, ਮਾਲਕ ਉਹ ਵੀ ਉਹਨੂੰ ਪਹੁੰਚਾ ਰਿਹਾ ਹੈ। ਅਤੇ ਜਿਹੜਾ ਪੱਥਰ ਵਿੱਚ ਹੈ, ਜਿਹਦੇ ਵਿੱਚ ਕੋਈ ਦਾਖਲ ਨਹੀਂ ਹੋ ਸਕਦਾ, ਪੱਥਰਾਂ ਦੇ ਵਿਚਲਾ ਜਿਹੜਾ ਰਿਜ਼ਕ ਹੈ ਉਹ ਕਿਵੇਂ ਪਹੁੰਚਾ ਰਿਹਾ। ਇਸ ਗੱਲ ਦਾ ਨੁਕਤਾ ਮੈਂ ਆਪ ਦੇ ਅਰਜ਼ ਕਰਦਾ ਕਿ ਪੱਥਰ ਵਿੱਚ ਰਿਜ਼ਕ ਕਿਵੇਂ ਪਹੁੰਚਦਾ। ਮੰਨਿਆ ਜਾਂਦਾ ਹੈ ਕਿ ਕੁਝ ਜਿਹੜੇ ਪੱਥਰ ਕੁਝ ਜ਼ਮੀਨ ਦੀ ਸੱਤਾ ਨਾਲ ਜੁੜੇ ਹੁੰਦੇ ਹਨ, ਮਤਲਬ ਜ਼ਮੀਨ ਵਿੱਚ ਕੁਝ ਧੱਸੇ ਹੁੰਦੇ ਹਨ। ਜ਼ਮੀਨੀ ਤੱਤ ਉਸ ਪੱਥਰ ਦੇ ਰਸਾਇਣਿਕ ਗੁਣਾਂ ਵਿੱਚ ਪਰਿਵਰਤਨ ਕਰਦੇ ਰਹਿੰਦੇ ਹਨ ਅਤੇ ਥੋੜ੍ਹਾ ਥੋੜ੍ਹਾ ਉਹਦੀ ਅੰਦਰੂਨੀ ਬਣਤਰ ਜਿਹੜੀ ਹੈ ਬਦਲਦੀ ਰਹਿੰਦੀ ਹੈ, ਅਤੇ ਉਹੀ ਪੱਥਰ ਦਾ ਤੱਤ ਜਿਹੜਾ ਕਠੋਰ ਹੁੰਦਾ ਹੈ ਉਹੀ ਬਦਲ ਕੇ ਜਿਹੜਾ ਅੰਦਰ ਕੋਈ ਜੀਵ ਵਿਆਪਤ ਹੈ ਉਹਦੇ ਲਈ ਭੋਜਨ ਦਾ ਨਿਰਮਾਣ ਕਰ ਦਿੰਦਾ। ਮਤਲਬ ਪ੍ਰਕਿਰਤੀ ਇੰਨੀ ਸੁਹਿਰਦ ਹੈ, ਇੰਨੀ ਸਜੱਗ ਹੈ। ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜਾ ਤੀਜਾ ਰੂਪ ਹੈ ਸਿਮਰਨ ਦਾ ਉਹ ਹੈ ਪ੍ਰਭੂ ਦਾ ਧਿਆਨ ਅਤੇ ਚਿੰਤਨ ਰੂਪ। ਜਿਹੜੇ ਇਹ ਤਿੰਨੇ ਕਰਦੇ ਨੇ ਸੋ ਸੁਖੀਆ ਸੰਸਾਰ, ਉਹ ਸੁਖੀ ਰਹਿੰਦੇ ਹਨ। ਸੁਖੀ ਦਾ ਭਾਵ ਕੀ ਹੈ ਕਿ ਜਦੋਂ ਹੁਣ ਤੀਜੀ ਤਰਫ ਉਹਨੂੰ ਸਮਝ ਆਵੇ, ਹੁਣ ਜਿਵੇਂ ਦੁਖੀ ਕਾਹਦੇ ਕਰਕੇ ਹੁੰਦੇ ਆ ਕਿ ਮੇਰੀ ਸੰਪੱਤੀ ਸੀ,
ਕਿਸੇ ਨੇ ਹਥਿਆ ਲਈ, ਜਾਂ ਕੋਈ ਜਾਣ ਬੁੱਝ ਕੇ ਉਹਦੇ 'ਤੇ ਦਾਅਵਾ ਪ੍ਰਗਟ ਕਰ ਰਿਹਾ, ਦੁਖੀ ਹੋ ਰਹੇ ਹਾਂ। ਪਰ ਹਰੀ ਕਾ ਸਿਮਰਨ ਵਾਲਾ ਬੰਦਾ ਜਾਣਦਾ ਹੈ ਕਿ ਇਸ ਜਗਤ ਵਿੱਚ ਕੋਈ ਕਿਸੇ ਦਾ ਕੁਝ ਨਹੀਂ ਹੈ। ਜਿਹਨੇ ਅੱਜ ਮੇਰੀ ਹਥਿਆ ਕੇ ਆਪਣੀ ਕਹੀ ਹੈ ਅਤੇ ਕੱਲ੍ਹ ਉਹਦੀ ਵੀ ਆਪਣੀ ਨਹੀਂ ਰਹੇਗੀ, ਕੋਈ ਉਹਦਾ ਹੋਰ ਦਾਅਵੇਦਾਰ ਪੈਦਾ ਹੋ ਜਾਏਗਾ। ਇਸ ਕਰਕੇ ਮਾਲਕ ਦੀਆਂ ਸਾਰੀਆਂ ਚੀਜ਼ਾਂ ਨੂੰ ਵਰਤਣਦਿਆਂ ਹੋਇਆਂ ਸਿਮਰਤੀ ਭਾਵ ਦੇ ਵਿੱਚ ਰਹਿਣਾ ਇਹ ਮਨੁੱਖ ਨੂੰ ਸੁਖੀ ਕਰਦਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਤੀਜਾ ਭਾਵ ਇਹ ਹੈ ਕਿ ਜੋ ਕੁਝ ਜੀਵਨ ਦੇ ਵਿੱਚ ਵਰਤ ਰਹੇ ਹਾਂ, ਜੋ ਕੁਝ ਜੀਵਨ ਦੇ ਵਿੱਚ ਪ੍ਰਾਪਤ ਹੋ ਰਿਹਾ ਹੈ, ਇਸ ਸਾਰੇ ਨੂੰ ਪ੍ਰਭੂ ਦੀ ਕਿਰਪਾ ਰੂਪ ਸਮਝ ਕੇ ਮਾਣਦੇ ਰਹਿਣਾ, ਇਹ ਵੀ ਹਰੀ ਦਾ ਸਿਮਰਨ। ਅਤੇ ਸੋ ਸੁਖੀਆ ਸੰਸਾਰ, ਅਤੇ ਇਹਦੇ ਨਾਲ ਸੁਖੀ ਹੋਏਗਾ। ਇੱਕ ਪੱਖ ਦੇ ਵਿੱਚ ਹੋਰ ਵੀ ਆਉਂਦਾ, ਜਿਸ ਬੰਦੇ ਦੇ ਅੰਦਰ ਪ੍ਰਭੂ ਦੀ ਕਿਰਪਾ ਰੂਪ ਦਾ ਅਹਿਸਾਸ ਨਾ ਹੋਵੇ, ਉਹ ਜਗਤ 'ਚ ਕਦੀ ਸੁਖੀ ਹੋ ਵੀ ਨਹੀਂ ਸਕਦਾ। ਵੇਖੋ, ਕਿਸੇ ਨਾ ਕਿਸੇ ਨੁਕਤੇ ਤੋਂ ਹਰੇਕ ਦਾ ਜੀਵਨ ਅਧੂਰਾ ਹੈ। ਮਾਲਕ ਨੇ ਅਧੂਰਾ ਰੱਖਿਆ ਹੈ ਜਾਂ ਕੁਦਰਤੀ ਅਧੂਰਾ ਹੈ। ਕਿਸੇ ਦਾ ਗਿਆਨ ਕਰਕੇ ਹੈ, ਕਿਸੇ ਦਾ ਪਦਾਰਥ ਕਰਕੇ ਹੈ, ਵੱਖੋ ਵੱਖ ਹਰੇਕ ਦਾ। ਗਿਆਨੀ ਦਾ ਵੀ ਜੀਵਨ ਅਧੂਰਾ ਹੁੰਦਾ ਹੈ ਆਪਣੇ ਆਪ ਦੇ ਵਿੱਚ, ਕਿਉਂਕਿ ਉਹਨੇ ਜਿਹੜੀ ਗਿਆਨ ਦੀ ਫਲਾਈਟ ਲਈ ਹੁੰਦੀ ਹੈ, ਕਈ ਵਾਰੀ ਉਹਦੇ ਤੋਂ ਟਿਕਿਆ ਹੀ ਨਹੀਂ ਜਾਂਦਾ, ਉਹ ਬਾਰ-ਬਾਰ ਆਪਣੀ ਗਿਆਨ ਦੀ ਉਚਾਈ ਤੋਂ ਡਿੱਗਦਾ ਹੈ। ਇੱਥੋਂ ਤੱਕ ਕਿ ਜਿਹੜਾ ਅਭਿਆਸੀ ਹੁੰਦਾ ਉਹ ਵੀ ਕਿਸੇ ਨੁਕਤੇ ਤੋਂ ਅਧੂਰਾ ਹੁੰਦਾ ਹੈ, ਕਿ ਜਿਹੜੇ ਉਹਦੇ ਸਿਮਰਨ ਦੇ ਮਹਾਂ ਅਨੁਭਵ ਬਣੇ ਹੁੰਦੇ ਹਨ, ਉਹ ਪੂਰੀ ਤਰ੍ਹਾਂ ਲਗਾਤਾਰ ਚੱਲਦੇ ਨਹੀਂ, ਕੁਝ ਕੁ ਦਿਨਾਂ ਦੇ ਬਣਦੇ ਹਨ, ਫਿਰ ਟੁੱਟ ਜਾਂਦੇ ਹਨ। ਇਸ ਕਰਕੇ ਹਰ ਜਗ੍ਹਾ ਹੀ ਦੁਖੀ ਹੁੰਦਾ ਮਨੁੱਖ, ਕਿਸੇ ਨਾ ਕਿਸੇ ਜਗ੍ਹਾ ਅਧੂਰਾ ਹੁੰਦਾ। ਜੇ ਅਸੀਂ ਆਪਣੇ ਅਧੂਰੇਪਣ ਨੂੰ ਵਾਚਦੇ ਰਹੀਏ ਤਾਂ ਅਸੀਂ ਕਦੇ ਪ੍ਰਭੂ ਦੀ ਹਸਤੀ ਦੇ ਕਿਰਪਾ ਰੂਪ ਨੂੰ ਨਹੀਂ ਜਾਣ ਸਕਦੇ। ਇਸ ਗੱਲ ਦਾ ਇਸ ਕਰਕੇ ਪ੍ਰਭੂ ਦੇ ਕਿਰਪਾ ਰੂਪ ਨੂੰ ਜਾਣਨ ਦੇ ਲਈ ਇੱਕ ਪ੍ਰਮਾਣ ਆਪਦੇ ਸਨਮੁਖ ਰੱਖਦੇ ਹਾਂ। ਤੇਰਾ ਤੁਝ ਕੋ ਸੌਂਪਦੇ ਦਾ ਭਾਵ ਹਰੀ ਕੇ ਸਿਮਰਨ ਦੇ ਨਾਲ ਕਿਵੇਂ ਜੁੜਦਾ ਹੈ। ਸ਼ੇਖ ਸਾਦੀ ਇੱਕ ਦਫਾ ਉਹਨੇ ਕੋਈ ਨਵੀਂ ਚਮੜੇ ਦੀ ਜੁੱਤੀ ਖਰੀਦੀ, ਕੋਈ ਸਾਈਜ਼ ਠੀਕ ਨਾ ਹੋਣ ਕਰਕੇ ਪੈਰ ਫਸਣ ਲੱਗਣ ਲੱਗ ਪਈ, ਪੈਰ ਦੇ ਵਿੱਚ ਰਗੜ ਕਰਨ ਲੱਗ ਪਈ। 2-3 ਦਿਨ ਉਸ ਨੂੰ ਵਰਤਦਾ ਰਿਹਾ, ਪੈਰ ਦੇ ਵਿੱਚ ਜ਼ਖਮ ਹੋ ਗਿਆ। ਇੱਕ ਦਫਾ ਸਵੇਰ ਵੇਲੇ ਨਮਾਜ਼ ਪੜ੍ਹਨ ਮਸਜਿਦ 'ਚ ਜਾਣਾ ਸੀ, ਨਾਲ ਚੱਲੀ ਜਾਵੇ, ਨਾਲ ਮਨ 'ਚ ਰੋਸ ਕਰੀ ਜਾਵੇ। ਜਾਂਦਿਆਂ ਜਾਂਦਿਆਂ ਕੋਈ ਕੰਡਾ ਆਦਿ ਕੋਈ ਪੈਰ 'ਚ ਵੱਜ ਗਿਆ, ਹੋਰ ਪਰੇਸ਼ਾਨ ਹੋਇਆ। ਬੜੇ ਗਿਲੇ ਦੇ ਨਾਲ, ਰੋਸ ਦੇ ਨਾਲ ਭਰਿਆ ਹੋਇਆ ਮਸਜਿਦ ਦੇ ਦੁਆਰ ਤੱਕ ਪਹੁੰਚਿਆ। ਉੱਥੇ ਜਾ ਕੇ ਅਜੇ ਆਪਣਾ ਜੋੜਾ ਆਦਿਕ ਉਤਾਰ ਕੇ ਨਮਾਜ਼ ਦੀ ਤਿਆਰੀ ਲਈ ਦਾਖਲ ਹੀ ਹੋਣ ਲੱਗਾ ਸੀ, ਦੇਖਿਆ ਕਿ ਕਿਸੇ ਮਨੁੱਖ ਦੇ ਅਰਦਾਸ ਕਰਨ ਦੀ, ਦੁਆ ਕਰਨ ਦੀ ਆਵਾਜ਼ ਸੁਣੀ। ਆਵਾਜ਼ ਦੇ ਵਿੱਚ ਲਫ਼ਜ਼ ਸੁਣੇ, ਹੇ ਅੱਲਾਹ ਤਾਲਾ ਤੇਰਾ ਧੰਨਵਾਦ, ਤੇਰਾ ਕੋਟ ਕੋਟ ਸ਼ੁਕਰ, ਜੇ ਮੈਨੂੰ ਤੂੰ ਪੂਰਨ ਲੱਤਾਂ ਦੇ ਕੇ ਭੱਜਣ ਜਾਂ ਦੌੜਨ ਦੇ ਜਾਂ ਚੱਲਣ ਦੇ ਯੋਗ ਨਹੀਂ ਬਣਾਇਆ, ਪਿੰਗਲਾ ਰੱਖਿਆ, ਲੱਤਾਂ ਤੋਂ ਅਪਾਹਜ ਰੱਖਿਆ ਹੈ, ਪਰ ਫਿਰ ਵੀ ਮੈਂ ਤੇਰਾ ਧੰਨਵਾਦ ਹੈ ਕਿ ਤੂੰ ਮੇਰੇ ਮਨ 'ਚ ਇੰਨਾ ਜੋਸ਼ ਭਰਿਆ, ਇੰਨਾ ਬਲ ਭਰਿਆ ਹੈ ਕਿ ਇਹਨਾਂ ਪਿੰਗਲੀਆਂ ਲੱਤਾਂ ਨੂੰ ਘਸੀੜ ਕੇ ਤਾਂ ਮੈਂ ਤੇਰੇ ਦਰ ਤੱਕ ਆ ਸਕਦਾ। ਮਨ ਦੇ ਵਿੱਚ ਐਸਾ ਬਲ ਭਰਨ ਦੇ ਲਈ ਅੱਲਾਹ ਤਾਲਾ ਮੈਂ ਤੇਰਾ ਧੰਨਵਾਦੀ ਹਾਂ। ਜਦੋਂ ਸ਼ੇਖ ਸਾਦੀ ਨੇ ਉਹਦੇ ਸ਼ਬਦ ਸੁਣੇ, ਆਪਣੇ ਆਪ ਦੇ ਛੋਟੇ ਹੋਣ ਦਾ ਗਿਆਨ ਹੋਇਆ। ਆਪਣੇ ਆਪ ਦੇ ਛੋਟੇ ਹੋਣ ਦਾ ਮਤਲਬ, ਮੇਰੇ ਕੋਲ ਘੱਟੋ ਘੱਟ ਜੁੱਤੀ ਤਾਂ ਹੈ, ਵੱਖਰੀ ਗੱਲ ਥੋੜ੍ਹੀ ਅਲੱਗ ਰਹੀ ਹੈ। ਜਿਹਦੇ ਕੋਲ ਲੱਤਾਂ ਹੀ ਨਹੀਂ, ਉਹ ਪ੍ਰਭੂ ਦਾ ਐਡਾ ਵੱਡਾ ਧੰਨਵਾਦੀ ਹੈ। ਅਤੇ ਸ਼ੇਖ ਸਾਦੀ ਨੂੰ ਲੱਗਿਆ ਕਿ ਧੰਨਵਾਦ ਦੇ ਮਸਲੇ 'ਚ ਮੈਂ ਇਹਦੇ ਤੋਂ ਛੋਟਾ ਹਾਂ, ਪਿੱਛੇ ਹਾਂ, ਕੰਗਾਲ ਹਾਂ ਇਹਦੇ ਮੁਕਾਬਲੇ ਦੇ ਵਿੱਚ। ਉਹਦੇ ਮਨ 'ਚੋਂ ਸਾਰਾ ਰੋਸ ਚਲਿਆ ਗਿਆ। ਜੇ ਆਪਣੇ ਜੀਵਨ ਦੇ ਅਧੂਰੇਪਣ ਨੂੰ ਵਾਚਦੇ ਰਹੋ ਤਾਂ ਕਦੇ ਜ਼ਿੰਦਗੀ 'ਚ 10 ਮਿੰਟ ਬਹਿ ਕੇ ਵਾਚ ਲੈਣਾ। ਜ਼ਿੰਦਗੀ 'ਚ ਭਾਵੇਂ ਕਰੋੜਪਤੀ ਬੰਦਾ ਵਾਚੇ, ਉਹ ਵੀ ਕਿਸੇ ਨਾ ਕਿਸੇ ਪੱਖ ਤੋਂ ਕਿਤੇ ਨਾ ਕਿਤੇ ਅਧੂਰਾ ਹੁੰਦਾ ਹੈ, ਜਦੋਂ ਬੜਾ ਗਹਿਰਾ ਵਿਚਾਰੇ। ਇਸ ਕਰਕੇ ਜੇ ਆਪਣੇ ਜੀਵਨ ਦੇ ਅਧੂਰੇਪਣਾਂ ਨੂੰ ਵਾਚਦੇ ਰਹਾਂਗੇ ਤਾਂ ਕਦੇ ਜੀਵਨ ਦੇ ਵਿੱਚ ਸਾਡਾ ਮਾਨਸਿਕ ਸੰਤੁਲਨ ਨਹੀਂ ਬਣੇਗਾ। ਇਸ ਕਰਕੇ ਮਾਨਸਿਕ ਸੰਤੁਲਨ ਬਣਾਉਣ ਦੇ ਲਈ ਜੋ ਸਾਡੇ ਜੀਵਨ ਨੂੰ ਜਿਹੜੇ ਹਿੱਸਿਆਂ ਤੋਂ ਮਾਲਕ ਨੇ ਪਰਿਪੂਰਨ ਕੀਤਾ ਹੈ, ਉਹਨਾਂ ਦਾ ਗਹਿਰਾ ਅਹਿਸਾਸ ਪੈਦਾ ਕਰਨਾ ਪਏਗਾ। ਗਹਿਰਾ ਅਹਿਸਾਸ ਕਿਵੇਂ ਪੈਦਾ ਹੋਏਗਾ? ਜਿਵੇਂ ਅਪਾਹਜ ਮਨੁੱਖ ਨੂੰ ਦੇਖਦੇ ਹਾਂ, ਕਈ ਵਾਰ ਦੇਖੋ ਕੇਵਲ ਸਰੀਰ ਦਾ ਇੱਕ ਅੰਗ ਹੀ ਪ੍ਰਭਾਵਿਤ ਹੁੰਦਾ, ਸਾਰੀ ਜ਼ਿੰਦਗੀ ਮੁਹਾਲ ਹੈ। ਸਾਡੇ ਇੱਕ ਨਿਕਟਵਰਤੀ ਸਨ, ਬੜੇ ਵਿਦਵਾਨ ਸਨ, ਜੀਵਨ ਦੇ ਵਿੱਚ ਬੜੀ ਗਿਆਨ ਦੀ ਕਮਾਈ ਕੀਤੀ, ਪਰ ਲੱਤਾਂ ਤੋਂ ਅਪਾਹਜ ਹੋਣ ਕਰਕੇ ਸਾਰੀ ਜ਼ਿੰਦਗੀ ਘਰ ਬਤੀਤ ਹੋਈ, ਸਾਰੀ ਜ਼ਿੰਦਗੀ ਮਨ ਦੇ ਵਿੱਚ ਉਹਨਾਂ ਦੇ ਮਲਾਲ ਰਿਹਾ। ਹੁਣ ਬਿਰਧ ਅਵਸਥਾ ਵਿੱਚ ਚਲੇ ਗਏ ਨੇ,
ਮਤਲਬ ਉਹਨਾਂ ਨੇ ਇਸ ਕਰਕੇ ਵੀ ਕਥਾ ਕਰਨੀ ਛੱਡ ਦਿੱਤੀ ਕਿ ਜਦੋਂ ਉਹ ਆਪਣੇ ਅਪਾਹਜ ਰੂਪ ਨਾਲ ਚੱਲ ਕੇ ਸਟੇਜ 'ਤੇ ਆਉਂਦੇ ਸਨ, ਸੰਗਤ ਅਤੀ ਭਾਵੁਕ ਹੋ ਜਾਂਦੀ ਸੀ ਉਹਨਾਂ ਦੀ ਹਾਲਤ ਨੂੰ ਦੇਖ ਕੇ, ਇਸ ਕਰਕੇ ਵੀ ਛੱਡ ਗਏ। ਇਸ ਕਰਕੇ ਜੇ ਜੀਵਨ 'ਚ ਕਦੇ ਵਾਚਿਆ ਜਾਵੇ, ਜੇ ਇੱਕ ਅੰਗ ਕੁਦਰਤੀ ਮਨੁੱਖ ਦਾ ਕਿਸੇ ਭੰਗ ਹੋ ਜਾਏ ਜਾਂ ਜਨਮ ਦੇ ਨਾਲ ਹੀ ਵਿਕਸਿਤ ਨਾ ਹੋਵੇ ਤਾਂ ਕਿੰਨੀ ਮੁਸ਼ਕਿਲ ਰਹਿੰਦੀ ਹੈ। ਇਸ ਕਰਕੇ ਪ੍ਰਭੂ ਦੇ ਆਪਣੇ ਅਧੂਰੇ ਰੂਪਾਂ ਨੂੰ ਵਾਚੋਗੇ ਤੇ ਅਧੂਰੇ ਨਹੀਂ ਮੁੱਕਣੇ, ਤੇ ਅਧੂਰਿਆਂ ਨੇ ਸਾਨੂੰ ਅਸ਼ਾਂਤ ਰੱਖਣਾ ਹੈ। ਜਿਹੜੀ ਪੂਰਨਤਾ ਸਾਡੇ ਜੀਵਨ 'ਚ ਪ੍ਰਭੂ ਨੇ ਦਿੱਤੀ ਹੋਈ ਹੈ, ਜੇ ਉਹਨੂੰ ਵਾਚਾਂਗੇ, ਉਹ ਭਾਵੇਂ ਇੱਕ ਪੱਖ ਦੀ ਹੀ ਹੋਵੇ, ਇੱਕ ਪੱਖ ਦੀ ਹੀ ਹੋਵੇ, ਉਹ ਸਾਨੂੰ ਸਕੂਨ ਦੇਵੇਗੀ। ਪਰ ਜੇ ਇਸ ਤਾਂ ਕਰਕੇ ਹਰ ਕਾ ਸਿਮਰਨ ਜੋ ਕਰੈ, ਕਿ ਸਰੀਰ ਬਣਿਆ ਇਹਦੇ ਜੋ ਠੀਕ ਹੈ, ਤੰਦਰੁਸਤ ਹੈ, ਇਹਦੀ ਸਿਮਰਤੀ ਵੀ ਜੇ ਸਾਡੇ ਮਨ ਦੇ ਅੰਦਰ ਵਸ ਜਾਏ ਤਾਂ ਇਹ ਵੀ ਸਾਡਾ ਸਿਮਰਨ ਬਣਦਾ। ਅਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਸੋ ਸੁਖੀਆ ਸੰਸਾਰ। ਦੂਜੀ ਗੱਲ ਇਹਦੇ ਪੱਖ ਦੇ ਵਿੱਚ, ਜੇ ਪ੍ਰਭੂ ਦਾ ਸਿਮਰਨ ਧੰਨਵਾਦ ਰੂਪ ਹੋਵੇ ਤਾਂ ਬੰਦਾ ਦੁੱਖ 'ਚ ਵੀ ਬੈਲੈਂਸ ਹੋ ਜਾਂਦਾ ਹੈ। ਜੇ ਉਹਦੇ ਜੀਵਨ ਦੇ ਵਿੱਚ ਪ੍ਰਭੂ ਦਾ ਧੰਨਵਾਦ ਨਾ ਹੋਵੇ ਤਾਂ ਉਹ ਸੁੱਖ ਦੇ ਵਿੱਚ ਬੈਲੈਂਸ ਵੀ ਨਹੀਂ ਹੁੰਦਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਰ ਕਾ ਸਿਮਰਨ ਜੋ ਕਰੈ ਸੋ ਸੁਖੀਆ ਸੰਸਾਰ। ਦਾ ਤੀਜਾ ਭਾਵ ਇਹ ਹੋ ਗਿਆ ਕਿ ਜਦੋਂ ਮਨੁੱਖ ਸਾਰਾ ਕੁਝ ਪ੍ਰਭੂ ਦਾ ਜਾਣਦਾ ਹੈ ਅਤੇ ਉਹਨੂੰ ਅਰਪਣ ਅਤੇ ਸਮਰਪਣ ਦੇ ਭਾਵ ਵਿੱਚ ਰਹਿੰਦਾ ਹੈ, ਉਦੋਂ ਉਹ ਜੀਵਨ ਦੇ ਵਿੱਚ ਸੁਖੀ ਰਹਿੰਦਾ ਹੈ। ਇਸੇ ਪ੍ਰਕਾਰ ਬਖਸ਼ਿਸ਼ ਕਰਦੇ ਹਨ ਕਬੀਰ ਹਰ ਕਾ ਸਿਮਰਨ ਜੋ ਕਰੈ ਸੋ ਸੁਖੀਆ ਸੰਸਾਰ। ਅਤੇ ਭਗਤ ਕਬੀਰ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸੀ ਸ਼ਲੋਕਾਂ ਦੇ ਅੰਤਰਗਤ ਮੁਝ ਮੈਂ ਰਹਾ ਨਾ ਹੂੰ। ਹੁਣ ਉਦਾਹਰਨ ਦੇ ਤੌਰ 'ਤੇ ਇਹ ਗੱਲ ਹੈ ਉੱਤਮ ਪੁਰਖਾਂ ਦੇ ਲਈ, ਇਹ ਆਮ ਦੇ ਲਈ ਨਹੀਂ ਹੈ। ਆਮ ਦੇ ਲਈ ਦਾ ਮਤਲਬ ਇਹ ਨਹੀਂ ਕਿ ਆਮ ਇਹਨੂੰ ਸੁਣ ਨਹੀਂ ਸਕਦਾ ਜਾਂ ਸਮਝ ਨਹੀਂ ਸਕਦਾ, ਮਤਲਬ ਇਹ ਕਿਸੇ ਹੋਰਾਂ ਦੇ ਪੱਖ ਦੇ ਜੀਵਨ ਦੀ ਗੱਲ ਹੈ ਵੀ ਗਿਆਨੀ ਕਿਹੜੀ ਗੱਲੋਂ ਦੁਖੀ ਹੁੰਦਾ ਜਾਂ ਗਿਆਨੀ ਨੂੰ ਦੁਖੀ ਕਰਨ ਵਾਲੀਆਂ ਚੀਜ਼ਾਂ ਕਿਹੜੀਆਂ ਹਨ। ਗਿਆਨੀ ਬੰਦੇ ਨੂੰ ਦੁਖੀ ਕਰਨ ਵਾਲੀ ਚੀਜ਼ ਉਹਦੀ ਮੈਂ ਦਾ ਬਣਿਆ ਹੋਇਆ ਸੰਕਟ ਹੈ, ਜਿਹੜੀ ਉਹਦੇ ਆਪਣੇ ਜੀਵਨ 'ਚੋਂ ਹਉਮੈ ਨਹੀਂ ਟੁੱਟ ਰਹੀ ਹੁੰਦੀ। ਉਹਨੇ ਵੇਖੋ ਆਪਣੀ ਗਿਆਨ ਅਤੇ ਸਾਧਨਾ ਦੇ ਜ਼ੋਰ ਨਾਲ ਵਿਕਾਰਾਂ 'ਤੇ ਮੁਕੰਮਲ ਕਾਬੂ ਪਾ ਲੈਂਦੇ ਹਨ। ਤ੍ਰਿਸ਼ਨਾ ਦਾ ਲੇਸ ਮਾਤਰ ਵੀ ਪ੍ਰਭਾਵ ਆਪਣੇ ਜੀਵਨ 'ਚ ਨਹੀਂ ਰਹਿਣ ਦਿੰਦੇ। ਜਿਹੜੀ ਵਾਸਨਾ ਹੈ ਉਹਨੂੰ ਬਿਲਕੁਲ ਚੂਰ ਕਰਕੇ ਸਮਾਪਤ ਕਰਕੇ ਨਿਰਮਲ ਜੀਵਨ ਜਿਉਂਦੇ ਹਨ, ਪਰ ਫਿਰ ਵੀ ਉਹਨਾਂ ਦੇ ਜੀਵਨ ਕੋਲੋਂ ਕਈ ਵਾਰੀ ਮੈਂ ਦੇ ਸੂਖਮ ਹੋਣ ਦਾ ਹੱਲ ਨਹੀਂ ਹੁੰਦਾ, ਉਹ ਦੁਖੀ ਹੁੰਦੇ ਹਨ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਰ ਕਾ ਸਿਮਰਨ ਜੋ ਕਰੈ ਸੋ ਸੁਖੀਆ ਸੰਸਾਰ। ਕਹਿੰਦੇ ਕੋਈ ਵਿਦਵਾਨ ਬੜਾ ਸਮਾਂ ਮਨੁੱਖਤਾ ਨੂੰ ਗਿਆਨ ਦਾ ਉਪਦੇਸ਼ ਦੇ ਕੇ ਨਿਹਾਲ ਕਰਦਾ ਰਿਹਾ, ਬੜਿਆਂ ਨਗਰਾਂ ਦਾ ਉਹਨੇ ਜੀਵਨ ਸਵਾਰ ਦਿੱਤਾ, ਬੜੇ ਮਨੁੱਖ ਚੰਗੇ ਮਾਰਗ 'ਤੇ ਚਲਾ ਦਿੱਤੇ, ਪਰ ਖੁਦ ਉਹ ਆਪ ਥੋੜ੍ਹਾ ਪਰੇਸ਼ਾਨ ਰਿਹਾ ਕਰੇ। ਜੀਵਨ ਦੇ ਵਿੱਚ ਹੱਲ ਨਾ ਲੱਗਾ ਕਿ ਆਪਣੀ ਮੈਂ ਤੋਂ ਕਿਵੇਂ ਛੁੱਟ ਜਾਵਾਂ। ਮੈਂ ਦਾ ਮਤਲਬ ਜਿਹੜਾ ਬਾਰ-ਬਾਰ ਖਿਆਲ ਆਉਂਦਾ ਕਿ ਮੈਂ ਚੰਗਾ ਹਾਂ, ਮੈਂ ਵਿਦਵਾਨ ਹਾਂ, ਮੇਰੀ ਗੱਲ ਚੰਗੀ ਹੈ, ਇਸ ਗੱਲ ਦਾ ਜੋ ਖਿਆਲ ਆਉਂਦਾ ਇਹਦੇ ਤੋਂ ਕਿਵੇਂ ਛੁੱਟਾਂ, ਇਹ ਦੁਖੀ ਕਰਦੀ ਹੈ। ਇਸ ਗੱਲ ਦੇ ਹੱਲ ਲਈ ਉਹ ਕਿਸੇ ਉੱਤਮ ਪੁਰਖ ਦੇ ਪਾਸ ਗਿਆ। ਉੱਥੇ ਜਾ ਕੇ ਕਹਿਣ ਲੱਗਾ ਕਿ ਮੈਂ ਆਪਣੀ ਮੈਂ ਤੋਂ ਪੀੜਤ ਹਾਂ, ਹਉਮੈ ਤੋਂ ਪੀੜਤ ਹਾਂ, ਦੁਖੀ ਹੁੰਦਾ ਹਾਂ, ਇਹਦਾ ਕੋਈ ਹੱਲ ਦੱਸੋ। ਕਹਿਣ ਲੱਗਾ ਠੀਕ ਹੈ। ਕਹਿਣ ਲੱਗਾ ਇਸ ਤੋਂ ਕਈ ਮੀਲਾਂ ਇੱਥੋਂ ਇੱਕ ਦੂਰ ਨਗਰ ਹੈ, ਉਸ ਨਗਰ ਦੇ ਵਿੱਚ ਜਾ ਕੇ ਕੁਝ ਮਹੀਨੇ ਰਹਿਣਾ ਸ਼ੁਰੂ ਕਰ ਦੇ। ਕਹਿੰਦਾ ਕੀ ਹੋਏਗਾ ਉੱਥੇ ਰਹਿਣ ਨਾਲ। ਕਹਿੰਦਾ ਮੇਰੀ ਗੱਲ ਮੰਨ ਕੇ ਚਲਿਆ ਜਾ, ਬਾਕੀ ਬਾਅਦ 'ਚ ਦੇਖਾਂਗੇ। ਉਹਦੀ ਗੱਲ ਮੰਨ ਕੇ ਉਹ ਸ਼ਖਸ ਚਲਿਆ ਗਿਆ, ਵਿਦਵਾਨ ਪੁਰਖ ਉਸ ਨਗਰ ਦੇ ਵਿੱਚ ਗਿਆ। ਉਸ ਨਗਰ ਦੇ ਵਿੱਚ ਮਹਾਮੂਰਖ ਵਸਦੇ ਸਨ, ਜਿਨ੍ਹਾਂ ਦੀ ਸਾਰਾ ਦਿਨ ਚਰਚਾ ਨਹੀਂ ਸੀ ਰੁਕਦੀ, ਸਾਰਾ ਦਿਨ ਆਪਸ ਦੇ ਵਿੱਚ ਬੋਲੀ ਜਾਣਾ, ਬਹਿਸ ਮੁਬਾਹਿਸਾ, ਵਾਦ ਵਿਵਾਦ ਕਰਦੇ ਰਹਿਣਾ। ਉਹ ਜਦੋਂ ਗਿਆ ਤੇ ਉਸ ਨਗਰ ਦੇ ਉਹਨਾਂ ਨੇ ਇੱਕ ਰੂਲ ਵੀ ਬਣਾਇਆ ਸੀ ਕਿ ਜਿਹੜਾ ਬੰਦਾ ਉੱਥੇ ਕੁਝ ਘੰਟੇ ਨਹੀਂ ਸੀ ਬੋਲਦਾ ਉਹਨੂੰ ਉਸ ਨਗਰ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ ਸੀ। ਉਹਨਾਂ ਨੇ ਬਣਾਇਆ ਹੋਇਆ ਸੀ ਮੂਰਖਾਂ ਨੇ ਆਪਣੇ ਨਗਰ ਦਾ ਇਹੋ ਜਿਹਾ ਨਿਯਮ। ਉਹ ਵਿਦਵਾਨ ਗਿਆ ਉੱਥੇ ਕੁਝ ਕੁ ਮਿੰਟ ਚੁੱਪ ਰਿਹਾ। ਉਹ ਕਹਿਣ ਲੱਗੇ ਜੇ ਇੱਥੇ ਰਹਿਣਾ ਹੈ ਤਾਂ ਤੈਨੂੰ ਦਿਨ ਦੇ ਵਿੱਚ 24 ਘੰਟੇ ਦੇ ਵਿੱਚੋਂ 12 ਘੰਟੇ ਬੋਲਣਾ ਪਏਗਾ, ਕਿਸੇ ਨਾ ਕਿਸੇ ਗੱਲ 'ਤੇ ਬਹਿਸ ਕਰਨੀ ਪਏਗੀ। ਰੋਜ਼ ਹੁਣ ਉੱਥੇ ਰਹਿਣਾ ਵੀ ਸੀ, ਮਹਾਤਮਾ ਦਾ ਗੱਲ ਵੀ ਮੰਨਿਆ। ਹੁਣ ਰੋਜ਼ ਉਹਨਾਂ ਦੇ ਨਾਲ ਬਹਿਸ ਕਰਦਾ, ਮੂਰਖਤਾ ਭਰੀਆਂ। ਆਪਣੇ ਵੱਲੋਂ ਗਿਆਨ ਜਤਾਉਂਦਾ, ਪਰ ਉਹ ਅੱਗੋਂ ਮੂਰਖ ਨੇ, ਉਹਦੀ ਗੱਲ ਨੂੰ ਟਿੱਚ ਜਾਣਦੇ ਨੇ। ਜਿਹਦੇ ਕੋ ਖਲੋਵੇ ਆਪਣੇ ਗਿਆਨ ਦੀ ਬਰੀਕੀ ਸਮਝਾਵੇ, ਅੱਗੋਂ ਕਹਿਣ ਆਪਣੇ ਹਿਸਾਬ ਨਾਲ ਬੋਲੀ ਜਾਣ। ਉਹ ਕੁਝ ਮਹੀਨੇ ਰਹਿ ਕੇ ਉਹਨੂੰ ਚੇਤਾ ਹੀ ਭੁੱਲ ਗਿਆ ਕਿ ਮੈਂ ਵਿਦਵਾਨ ਹਾਂ। ਰੋਜ਼ ਮਤਲਬ ਮੂਰਖਾਂ ਦੇ ਨਾਲ ਵਾਹ ਪੈਣਾ, ਅਤੇ ਮੂਰਖਾਂ ਨੇ ਜਿਹੜੀ ਉਹਦੀਆਂ ਗਿਆਨ ਦੀਆਂ ਬਰੀਕੀਆਂ ਸਨ, ਅਨੁਭਵ ਦੀਆਂ ਬਰੀਕੀਆਂ ਸਨ,
ਸਾਰੀਆਂ ਨੂੰ ਤੁੱਛ ਜਾਣਨਾ, ਜਾਣ ਕੇ ਉਹਦਾ ਖਿਆਲ ਹੀ ਨਾ ਰਿਹਾ ਵਿਚਾਰੇ ਨੂੰ ਕਿ ਮੈਂ ਭਰਮ ਦੁਖੀ ਹੋ ਕੇ ਉਸ ਨਗਰ ਤੋਂ ਨਿਕਲ ਕੇ ਮਹਾਤਮਾ ਪਾਸ ਵਾਪਸ ਆਇਆ ਅਤੇ ਕਹਿਣ ਲੱਗਾ ਕਿ ਹੁਣ ਤੇਰੀ ਕੀ ਹਾਲਤ ਹੈ। ਕਹਿਣ ਲੱਗਾ ਹੁਣ ਮੈਨੂੰ ਇੰਝ ਲੱਗਣ ਲੱਗ ਪਿਆ ਕਿ ਮੈਂ ਖੁਦ ਮੂਰਖ ਹਾਂ। ਤਾਂ ਉਹ ਮਹਾਤਮਾ ਕਹਿਣ ਲੱਗਾ ਇੰਝ ਹੀ ਮਨੁੱਖ ਦੀ ਹਉਮੈ ਛੁੱਟਦੀ ਹੈ। ਛੁਟਕਣ ਦਾ ਮਤਲਬ ਇਹ ਹੈ ਕਿ ਜਦੋਂ ਤੱਕ ਅਸੀਂ ਆਪਣੀ ਮੈਂ ਦੀ ਪ੍ਰਤੀਤ ਨੂੰ ਇੱਕ ਤਰ੍ਹਾਂ ਦੇ ਸ਼ੈੱਲ ਵਿੱਚ ਰੱਖਦੇ ਹਾਂ ਤਾਂ ਉਹ ਬਣੀ ਹੀ ਰਹਿੰਦੀ ਹੈ। ਜਦੋਂ ਤੱਕ ਉਹਨੂੰ ਉਹਦੇ ਵਿਰੋਧੀ ਸ਼ੈੱਲ ਵਿੱਚ ਨਹੀਂ ਪਾਉਂਦੇ ਜਾਂ ਉਹਦੇ ਤੋਂ ਆਪੋਜਿਟ ਸ਼ੈੱਲ ਵਿੱਚ ਨਹੀਂ ਪਾਉਂਦੇ ਤਾਂ ਹਉਮੈ ਨਹੀਂ ਟੁੱਟਦੀ। ਮਤਲਬ ਕਿ ਜਿਵੇਂ ਇਹਨੂੰ ਸਰਲ ਕਹਿਣਾ ਹੋਵੇ ਕਿ ਜਿਵੇਂ ਮਨੁੱਖ 'ਚ ਸਾਰੇ ਨਿਰਮਲ ਸੁਭਾਅ ਵਾਲੇ ਹੋਣ ਤਾਂ ਉਹ ਨਿਰਮਲ ਸੁਭਾਅ ਵਾਲੇ ਬੰਦੇ ਦੀ ਸਿਫਤ ਹੀ ਕਰਦੇ ਰਹਿਣਗੇ, ਪਰ ਆਪਣੇ ਜੀਵਨ ਨੂੰ ਕਿਸੇ ਦੂਜੇ ਪੱਖ ਤੋਂ ਜਾ ਕੇ ਦੇਖੋਗੇ ਤਾਂ ਸਾਡੇ ਜੀਵਨ ਦੀ ਕੋਈ ਘਾਟ ਵੀ ਨਜ਼ਰ ਆਏਗੀ। ਜਿਵੇਂ ਉਦਾਹਰਨ ਦੇ ਤੌਰ 'ਤੇ ਜਿਹੜੀ ਜੀਵਨ ਦੇ ਵਿੱਚ ਹੈ, ਜਿਵੇਂ ਇਸ ਚੀਜ਼ ਨੂੰ ਇਕੱਠਾ ਹੀ ਦੇਖਣਾ ਹੋਵੇ, ਇੱਕ ਪਾਸੇ ਜਿਹੜਾ ਹੈ ਮਛਲੀ ਹੈ ਉਹ ਆਕਾਸ਼ ਵਿੱਚ ਉੱਡ ਨਹੀਂ ਸਕਦੀ, ਪਰ ਬਾਕੀ ਪੰਛੀ ਜਲ 'ਚ ਨਹੀਂ ਰਹਿ ਸਕਦੇ ਸਾਰਾ ਦਿਨ। ਮਤਲਬ ਹਰੇਕ ਦਾ ਜੀਵਨ ਬਣਿਆ ਉਹ ਆਪਣੇ ਆਪਣੇ ਨੁਕਤੇ ਤੋਂ ਪੂਰਨ ਹੈ ਅਤੇ ਉਹ ਅਧੂਰਾ ਵੀ ਹੈ, ਉਹ ਪੂਰਾ ਵੀ ਹੈ ਆਪਣੇ ਆਪ ਦੇ ਵਿੱਚ। ਅਤੇ ਇੰਝ ਹੀ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਰ ਕਾ ਸਿਮਰਨ ਜੋ ਕਰੈ, ਉਹਦਾ ਭਾਵ ਹੈ ਕਿ ਜਿਹੜੀ ਗਿਆਨੀ ਦੀ ਸੂਖਮ ਹਉਮੈ ਬਣੀ ਹੁੰਦੀ ਹੈ ਉਹ ਫਿਰ ਹਰੀ ਦਾ ਸਿਮਰਨ ਕਰਨ ਦੇ ਨਾਲ ਫਿਰ ਉਹਨੂੰ ਪਤਾ ਲੱਗਦਾ, ਫਿਰ ਉਹਦਾ ਚਿੰਤਨ ਉਹਦੇ ਵਿੱਚ, ਗਹਿਰਾ ਚਿੰਤਨ ਉਹਦੇ ਵਿੱਚ ਮਦਦ ਕਰਦਾ ਹੈ। ਫਿਰ ਉਹ ਆਪਣੇ ਜੀਵਨ ਦੀਆਂ ਪਹਿਲੀਆਂ ਹਾਲਤਾਂ ਦੇ ਨਾਲ ਸੁਖੀ ਹੁੰਦਾ ਸਿਮਰਨ ਕਰਕੇ। ਕਿਵੇਂ ਕਿ ਜੇ ਗਿਆਨੀ, ਫਿਰ ਇਸ ਕਰਕੇ ਭਰਤਰੀ ਹਰੀ ਨੇ ਨਾ ਆਪਣੇ ਵੈਰਾਗ ਸ਼ਤਕ ਵਿੱਚ ਇੱਕ ਗੱਲ ਕਹੀ ਹੈ ਕਿ ਜਿਹੜੇ ਬੰਦੇ ਨੂੰ ਆਪਣਾ ਆਪ ਵਾਚਣਾ ਆਉਂਦਾ ਹੈ ਉਹੀ ਸੁਖੀ ਹੋ ਸਕਦਾ। ਉਹਨੇ ਇੱਕ ਥਿਊਰੀ ਦਿੱਤੀ ਹੋਈ ਹੈ ਉਹਦੇ ਵਿੱਚ, ਕਹਿੰਦਾ ਅੱਜ ਦੇਖੋ ਆਪਣੇ ਆਪ ਨੂੰ ਕੀ ਸਮਝਦੇ ਆ, ਵਿਦਵਾਨ, ਅਮੀਰ, ਸਿਆਣੇ, ਜੋ ਕੁਝ ਵੀ ਸੁੰਦਰ, ਕਹਿੰਦਾ ਪਰ ਆਪਣੇ ਜਨਮ ਦਾ ਆਰੰਭ ਵਾਚੋ, ਜਨਮ ਦਾ ਆਰੰਭ ਵਾਚੋ, ਸਾਨੂੰ ਸਾਡਾ ਕੀ ਨਾਮ ਧਰ ਦਿੱਤਾ ਗਿਆ ਸੀ ਕੋਈ ਪਤਾ ਨਹੀਂ। ਅੱਜ ਸਾਡਾ ਕੋਈ ਪੂਰਾ ਨਾਮ ਨਾ ਲਵੇ ਇਤਰਾਜ਼ ਪੈਦਾ ਹੁੰਦਾ। ਸਾਡੀ ਕੁੱਲ ਕੀ ਸੀ ਇਹ ਵੀ ਨਹੀਂ ਪਤਾ। ਅੱਜ ਸਾਡਾ ਗੋਤਰ ਨਾ ਕੋਈ ਮਗਰੋਂ ਬੋਲੇ, ਲੜ ਪੈਂਦੇ ਨੇ। ਮੈਂ ਇੱਕ ਦੋ ਦਫਾ ਮੇਰੇ ਨਾਲ ਸੱਜਣ ਲੜ ਪਏ ਕਿ ਅਰਦਾਸ ਦੇ ਵਿੱਚ ਸਾਡੇ ਨਾਂ ਨਾਲ ਸਾਡਾ ਗੋਤ ਕਿਉਂ ਨਹੀਂ ਬੋਲਿਆ। ਜਨਮ ਦੇ ਸਮੇਂ ਕਿੱਥੇ ਗੋਤਰ ਪਤਾ ਸੀ ਕਿ ਕਿਹੜੀ ਗੋਤ, ਕਿਹੜੀ ਜਾਤ ਕੁੱਲ ਵਿੱਚ ਪੈਦਾ ਹੋਏ। ਫਿਰ ਕਈ ਜੇ ਕੋਈ ਮਨੁੱਖ ਦਾ ਜਿਹੜਾ ਕੋਈ ਉਹਨੇ ਜ਼ਿੰਦਗੀ ਭਰ ਰੁਤਬਾ ਕਮਾਇਆ ਹੁੰਦਾ, ਜੇ ਉਹਦਾ ਜ਼ਿਕਰ ਨਾ ਕਰੇ ਤਾਂ ਮਨੁੱਖ ਦੁਖੀ ਹੁੰਦਾ ਹੈ। ਭਾਵੇਂ ਸਾਬਕਾ ਹੀ ਹੋ ਜਾਵੇ, ਵੀ ਭਾਵੇਂ ਸਾਬਕਾ ਕਹਿ ਦਿਓ ਪਰ ਕਹੋ ਜ਼ਰੂਰ। ਇਹਦੇ ਤੋਂ ਵੀ ਕਈ ਵਾਰੀ ਮਨੁੱਖ ਇਤਰਾਜ਼ ਕਰਦਾ, ਦੁਖੀ ਹੁੰਦਾ ਹੈ। ਪਰ ਜਨਮ ਸਮੇਂ ਕੀ ਸਾਬਕਾ ਸੀ, ਕੀ ਮੌਜੂਦਾ ਸੀ, ਇਹਦਾ ਕੋਈ ਗਿਆਨ ਨਹੀਂ ਸੀ। ਇਹਦਾ ਮਤਲਬ ਸਾਡੇ ਜੀਵਨ ਦਾ ਜਿਹੜਾ ਪਹਿਲੀ ਬ੍ਰਹਮ ਸਰੂਪ ਬਣਿਆ ਸੀ, ਬ੍ਰਹਮ ਪ੍ਰਭਾਵ ਬਣਿਆ ਸੀ, ਉਹਨੂੰ ਛੱਡਦੇ ਜਗਤ ਦੀਆਂ ਜਿਹੜੇ ਬਾਹਰੀ ਰੂਪਾਂ ਦੇ ਵਿੱਚ ਕੈਦ ਹੋ ਗਏ। ਅਤੇ ਅੱਜ ਜਦੋਂ ਉਹ ਰੂਪ ਟੁੱਟਦੇ ਨੇ ਜਾਂ ਉਹਨਾਂ ਦਾ ਪ੍ਰਭਾਵ ਟੁੱਟਦਾ ਤਾਂ ਦੁਖੀ ਹੁੰਦੇ ਹਾਂ। ਪਰ ਜੇ ਆਪਣੇ ਮੂਲ ਨੂੰ ਵਿਚਾਰ ਲਵਾਂਗੇ ਤਾਂ ਫਿਰ ਕੋਈ ਅਪੇਕਸ਼ਾ ਆਪਣੇ ਨਾਲ ਨਹੀਂ ਜੋੜਾਂਗੇ ਅਤੇ ਹੌਲੇ ਭਾਰ ਰਹਾਂਗੇ। ਠੀਕ ਹੈ ਅੱਜ ਗਿਆਨੀ ਹਾਂ, ਕਥਾਵਾਚਕ ਹਾਂ, ਪਰ ਸਮੁੱਚਾ ਜੀਵਨ ਥੋੜ੍ਹਾ ਹੈ। ਆਰੰਭ ਦੇ ਵਿੱਚ ਕਿਸੇ ਸਮੇਂ ਮੂਰਖ ਵੀ ਰਹੇ ਹੋਵਾਂਗੇ। ਇਸ ਕਰਕੇ ਆਪਣੇ ਆਪ ਨੂੰ ਉਹਦੇ ਵਿੱਚ ਜਿਉਂਦਿਆਂ ਹੋਇਆਂ ਵੀ ਉਹਦੇ ਤੋਂ ਬਾਹਰ ਰਹਿਣਾ, ਇਹਨੂੰ ਹਰੀ ਕਾ ਸਿਮਰਨ ਕਿਹਾ ਜਾਂਦਾ। ਅਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਸੋ ਸੁਖੀਆ ਸੰਸਾਰ, ਇਹ ਵੀ ਮਨੁੱਖ ਨੂੰ ਸੁਖੀ ਕਰਦਾ ਹੈ। ਇਹਦੇ ਨਾਲ ਹੀ ਮਨੁੱਖ ਸੁਖੀ ਹੁੰਦਾ ਹੈ। ਅੱਗੇ ਬਖਸ਼ਿਸ਼ ਕਰਦੇ ਹਨ। ਇਹ ਅੱਗੇ ਸ਼ਲੋਕ ਆਇਆ ਭਗਤ ਕਬੀਰ ਸਾਹਿਬ ਜੀ ਦਾ ਇੱਕ ਹੋਰ ਭਾਵ ਸਿਮਰਨ ਦਾ ਸਾਂਝਾ ਕਰਦਿਆਂ, ਕਬੀਰ ਬਕਾਰ ਚਿਤਵਤੇ ਝੂਠੇ ਕਰਤੇ ਆ। ਜਿਨ੍ਹਾਂ ਨੂੰ ਹਰੀ ਸਿਮਰਨ ਦਾ ਜੀਵਨ ਯਾਦ ਰਹਿੰਦਾ, ਹਰੀ ਸਿਮਰਨ ਦੇ ਜੀਵਨ ਵਾਲੇ ਭਾਵ 'ਚ ਰਹਿੰਦੇ ਨੇ, ਉਹ ਸੁਖੀ ਕਿਵੇਂ ਰਹਿੰਦੇ ਨੇ। ਹੁਣ ਬੰਦਾ ਆਪਣੇ ਵਿਕਾਰਾਂ ਕਰਕੇ ਵੀ ਦੁਖੀ ਹੁੰਦਾ ਹੈ ਕਿ ਮੇਰੇ ਅੰਦਰ ਵਿਕਾਰ ਕਿਉਂ ਨੇ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਦੋਂ ਹਰੀ ਕਾ ਸਿਮਰਨ ਮਨੁੱਖ ਕਰਦਾ ਹੈ ਅਤੇ ਉਹਨੂੰ ਸਮਝ ਆਉਂਦੀ ਹੈ ਕਿ ਜਦੋਂ ਮੇਰਾ ਮਾਲਕ ਨੇ ਮੇਰੀ ਮਨ, ਬੁੱਧ, ਸਿਮਰਤੀ, ਮੇਰਾ ਚਿੱਤ ਪੈਦਾ ਕੀਤਾ ਸੀ, ਉਹ ਤਾਂ ਕਿਸੇ ਤਰੀਕੇ ਨਾਲ ਵੀ ਮੈਲਾ ਨਹੀਂ ਸੀ। ਇਹ ਤਾਂ ਜਦੋਂ ਮੈਂ ਆਪਣਾ ਮੰਨ ਲਿਆ, ਫਿਰ ਮੈਂ ਅੱਖਾਂ ਦੁਆਰਾ ਬੁਰਾ ਦੇਖ ਕੇ ਮਲੀਨਤਾ ਭਰਦਾ ਰਿਹਾ, ਕੰਨਾਂ ਦੁਆਰਾ ਗਲਤ ਸੁਣ ਕੇ ਆਪਣੇ ਅੰਦਰ ਨਿੰਦਿਆ ਦੀ ਮੈਲ ਸੰਗ੍ਰਹਿਤ ਕਰਦਾ ਰਿਹਾ। ਪਰ ਇਹ ਹੈ ਤਾਂ ਸਾਰਾ ਕੁਝ ਪ੍ਰਭੂ ਦਾ ਰੂਪ ਹੈ। ਮਨ ਵੀ ਉਹਦਾ, ਤਨ ਵੀ, ਚਿੱਤ ਸੁਰਤ ਵੀ ਉਹਦੀ। ਇਸ ਕਰਕੇ ਉਹ ਸਾਰੇ ਮਨ ਤਨ ਨੂੰ ਉਹਦੇ ਅਨੁਸਾਰ ਹੀ ਵਰਤਣਾ ਮੇਰਾ ਅਸਲ ਜੀਵਨ ਹੈ। ਤਾਂ ਭਗਤ ਕਬੀਰ ਸਾਹਿਬ ਜੀ ਜਦੋਂ ਇਸ ਤਰ੍ਹਾਂ ਦਾ ਯਤਨ ਕਰਦਾ ਹੈ ਤਾਂ ਫਿਰ ਜੀਵਨ ਦੇ ਵਿੱਚ ਵਿਕਾਰਾਂ ਦੀ ਪਾਹ ਨਹੀਂ ਆਉਣ ਦਿੰਦੀ। ਜਿਵੇਂ ਉਦਾਹਰਨ ਦੇ ਤੌਰ 'ਤੇ
ਕੋਈ ਅਸੀਂ ਜਦੋਂ ਕੂੜਾ ਸੁੱਟਦੇ ਹਨ, ਸਾਡੇ ਘਰ ਦਾ ਕੂੜਾ ਅਸੀਂ ਘਰ ਵਿੱਚ ਨਹੀਂ ਰੱਖਦੇ। ਘਰ ਤੋਂ ਬਾਹਰ ਜਿੱਥੇ ਕੂੜੇ ਦੀ ਥਾਂ ਬਣੀ ਹੁੰਦੀ ਜਾਂ ਕੂੜੇ ਦਾ ਜਿੱਥੇ ਜੋ ਵੀ ਬਣਿਆ ਹੁੰਦਾ ਉੱਥੇ ਸੁੱਟਦੇ ਹਾਂ। ਘਰ ਦੇ ਵਿੱਚ ਕਿਉਂ ਨਹੀਂ ਸੁੱਟਦੇ? ਕਿਉਂਕਿ ਘਰ ਦੀ ਖੂਬਸੂਰਤੀ ਉਹਦੇ ਨਾਲ ਭੰਗ ਹੁੰਦੀ ਹੈ, ਸਫਾਈ ਜਿਹੜੀ ਖਰਾਬ ਹੁੰਦੀ ਹੈ। ਇੰਝ ਹੀ ਸਾਡੇ ਜੀਵਨ ਜਿਹੜਾ ਮਾਲਕ ਦੇ ਬਣੇ ਹੋਏ ਖਾਨੇ ਨੇ, ਮਨ, ਬੁੱਧ, ਚਿੱਤ, ਸੁਰਤ, ਉਹਦੇ ਵਿੱਚ ਉਹਦੀ ਹੀ ਸਿਫਤ ਸਲਾਹ, ਉਹਦੀ ਯਾਦ ਵਸਾਈ ਜਾਵੇ, ਉਹਦਾ ਗਿਆਨ ਵਸਾਇਆ ਜਾਵੇ, ਠੀਕ ਹੈ। ਜੇ ਨਾ ਵਸਾਇਆ ਜਾਵੇ ਤਾਂ ਫਿਰ ਗੱਲ ਗਲਤ ਹੋ ਜਾਂਦੀ ਹੈ। ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਵਿਕਾਰਾਂ ਦੀ ਮੈਲ ਤੋਂ ਜਦੋਂ ਰਹਿਤ ਹੋਣਾ ਹੈ ਤਾਂ ਆਪਣੇ ਮਨ ਦੀ ਨਿਰਮਲਤਾ ਨੂੰ ਵਿਚਾਰਿਆ ਜਾਵੇ ਤਾਂ ਮਨੁੱਖ ਰਹਿਤ ਹੋ ਜਾਂਦਾ ਹੈ। ਸੋ ਸੁਖੀਆ ਸੰਸਾਰ, ਉਹ ਫਿਰ ਸੁਖੀ ਹੋ ਜਾਂਦੇ ਹਨ। ਅੱਗੇ ਬਖਸ਼ਿਸ਼ ਕਰਦੇ ਹਨ, ਇਤ ਉਤ ਕਤਹਿ ਨ ਡੋਲਈ, ਜਿਸ ਰਾਖੈ ਸਿਰਜਨਹਾਰ। ਤਾਂ ਹੁਣ ਭਗਤ ਕਬੀਰ ਸਾਹਿਬ ਜੀ ਕਹਿੰਦੇ, ਇਤ ਉਤ ਕਤਹਿ ਨਾ ਡੋਲਈ, 5-6 ਭਾਵ ਸਾਂਝੇ ਕੀਤੇ ਨੇ। ਪਹਿਲਾ ਸਿਮਰਨ ਦਾ ਭਾਵ ਆਪ ਜੀ ਦੇ ਨਾਲ ਸਾਂਝਾ ਕੀਤਾ ਸੀ ਕਿ ਆਪਣੇ ਸਰੀਰ ਨੂੰ ਪ੍ਰਭੂ ਦਾ ਮੰਦਰ, ਆਤਮਾ ਨੂੰ ਪਰਮਾਤਮਾ ਦਾ ਪ੍ਰਕਾਸ਼ ਜਾਣਨਾ। ਦੂਜਾ ਸੀ ਸਿਮਰਨ ਦਾ ਭਾਵ ਸਾਰੇ ਅੰਦਰ ਮਾਲਕ ਦੀ ਜੋਤ ਜਾਣਨੀ, ਹਾਜ਼ਰ ਨਾਜ਼ਰਤਾ ਦਾ ਅਭਿਆਸ ਕਰਨਾ। ਫਿਰ ਤੀਜਾ ਸੀ ਪ੍ਰਭੂ ਦੇ ਅਰਪਣ ਭਾਵ ਵਿੱਚ ਰਹਿਣਾ, ਕਿ ਉਹਦੀਆਂ ਦਾਤਾਂ ਨੂੰ ਵਰਤਣਾ ਅਤੇ ਉਹਦੇ ਹੀ ਸਮਝਣਾ। ਚੌਥਾ ਭਾਵ ਸੀ ਕਿ ਆਪਣੀ ਮੈਂ ਨੂੰ ਦੂਰ ਕਰਨ ਦੇ ਲਈ ਆਪਣੇ ਆਪ ਨੂੰ ਪ੍ਰਭੂ ਦਾ ਰੂਪ ਸਮਝ ਕੇ ਚੱਲਣਾ। ਅਤੇ ਪੰਜਵਾਂ ਸੀ ਕਿ ਆਪਣੇ ਜੀਵਨ ਦੀ ਨਿਰਮਲਤਾ ਲਈ ਪ੍ਰਭੂ ਦੇ ਨਿਰੰਜਨ ਸਰੂਪ ਨੂੰ ਯਾਦ ਰੱਖਣਾ। ਇਹ 5 ਪੱਧਰ ਜਿਹੜੇ ਸਿਮਰਨ ਦੇ ਆਪ ਨਾਲ ਅਰਜ ਕੀਤੇ ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਇਤ ਉਤ ਕਤਹਿ ਨ ਡੋਲਈ, ਉਹ ਕਦੀ ਡੁਲਾਇਮਾਨ ਨਹੀਂ ਹੁੰਦਾ। ਵਿਕਾਰਾਂ ਕਰਕੇ ਉਹਦਾ ਜੀਵਨ ਪ੍ਰਭੂ ਤੋਂ ਦੂਰੀ ਵਾਲਾ ਨਹੀਂ ਬਣਦਾ। ਮੈਂ ਮੇਰੀ ਦੇ ਕਰਕੇ ਉਹ ਪ੍ਰਭੂ ਤੋਂ ਕਦੇ ਆਪਣੇ ਆਪ ਨੂੰ ਭਿੰਨ ਨਹੀਂ ਸਾਬਤ ਕਰਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਿਸ ਰਾਖੈ ਸਿਰਜਨਹਾਰ, ਜਿਹਦੇ ਹਿਰਦੇ ਅੰਦਰ ਇਸ ਤਰ੍ਹਾਂ ਸਿਮਰਨ ਦਾ ਅਭਿਆਸ ਹੋ ਜਾਂਦਾ, ਉਹ ਸਿਰਜਣਹਾਰ ਹੋ ਜਾਂਦਾ ਹੈ। ਸਿਰਜਣਹਾਰ ਉਹਦੀ ਆਪ ਰੱਖਿਆ ਕਰਦਾ, ਕਿਉਂਕਿ ਉਹਨੇ ਸਿਰਜਣਹਾਰ ਦੀ ਯਾਦ ਨੂੰ ਮਨ ਦੇ ਅੰਦਰ ਵਸਾਇਆ ਹੋਇਆ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ, ਜਿਸ ਰਾਖੈ ਸਿਰਜਣਹਾਰ। ਹੁਣ ਜਿਤਨਾ ਵਿਸਥਾਰ ਦੇ ਵਿੱਚ, ਇਹਦਾ ਹੋਰ ਵੀ ਬਹੁਤ ਵਿਸਥਾਰ ਹੈ, ਪਰ ਜੇ ਇਹਨਾਂ ਵੀ ਸਿਮਰਨ ਦੀ ਸਾਧਨਾ ਨੂੰ ਸਮਝ ਲਿਆ ਜਾਵੇ ਤਾਂ ਸਾਡਾ ਜੀਵਨ ਮੁਕੰਮਲ ਹੋ ਸਕਦਾ ਹੈ, ਸੁਖੀ ਹੋ ਸਕਦਾ ਹੈ। ਅਤੇ ਇੱਕ ਹੋਰ ਨੁਕਤਾ ਅਰਜ ਕਰਦਿਆਂ ਕਿ ਸੁਖੀ ਹੋਣ ਦੇ ਪੈਮਾਨੇ ਜਿਹੜੇ ਹਨ ਉਹ ਬਾਹਰੀ ਜਗਤ ਵਿੱਚ ਨਹੀਂ ਹਨ, ਕਿਉਂਕਿ ਬਾਹਰੀ ਜਗਤ ਕਾਲ ਅਧੀਨ ਹੈ, ਅੰਤਰੀਵੀ ਜੀਵਨ ਕਾਲ ਤੋਂ ਮੁਕਤ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਿਸ ਰਾਖੈ ਸਿਰਜਨਹਾਰ, ਜਿਹਦੀ ਸਿਰਜਣਹਾਰ ਰੱਖਿਆ ਕਰੇ, ਉਹ ਕਦੇ ਇਸ ਤਰ੍ਹਾਂ ਦੇ ਭਾਵਾਂ ਵਿੱਚ ਨਹੀਂ ਡੋਲਦਾ। ਇਹ ਤੁੱਤ ਦਾ ਭਾਵ ਇਹ ਵੀ ਹੈ ਕਿ ਜਗਤ ਦੇ ਬਾਹਰ 2 ਚੀਜ਼ਾਂ ਹਰ ਵੇਲੇ ਬਣੀਆਂ ਨੇ। ਜੇ ਅੱਜ ਜਗਤ ਤੋਂ ਸੁੱਖ ਪ੍ਰਾਪਤ ਹੋ ਰਿਹਾ ਨਾ, ਤਾਂ ਕੁਝ ਦਿਨ ਆਉਣਗੇ ਸੁੱਖ ਦੁੱਖ ਵੀ ਬਣ ਸਕਦਾ। ਅੱਜ ਜਗਤ ਦੇ ਵਿੱਚ ਜਿਸ ਕਰਮ ਕਰਕੇ ਉਸਤਤ ਮਿਲ ਰਹੀ, ਹੋ ਸਕਦਾ ਇਸ ਕਰਮ ਦੀ ਪਰਿਭਾਸ਼ਾ ਕੱਲ੍ਹ ਨੂੰ ਨਿੰਦਿਆ ਵਾਲੀ ਬਣ ਜਾਏ। ਅਤੇ ਜਗਤ ਵਿੱਚ ਹਰ ਵੇਲੇ ਡੁਐਲਿਟੀ ਮੌਜੂਦ ਰਹਿੰਦੀ ਹੈ। ਅਤੇ ਜੇ ਡੁਐਲਿਟੀ ਦੇ ਦੋਵੇਂ ਆਸਪੈਕਟ ਨਹੀਂ ਟੁੱਟਦੇ ਅਤੇ ਮਨੁੱਖ ਆਪਣੇ ਵਨਨੈਸ ਦੇ ਐਕਸਪੀਰੀਅੰਸ 'ਚ ਨਹੀਂ ਜਾਂਦਾ, ਉਨਾ ਚਿਰ ਮਨੁੱਖ ਸੁਖੀ ਨਹੀਂ ਹੋ ਸਕਦਾ। ਅਤੇ ਸੁਖੀ ਹੋਣ ਦਾ ਤਾਂ ਕਰਕੇ ਗੁਰਬਾਣੀ ਦੇ ਵਿੱਚ ਸਤਿਗੁਰੂ ਸਾਹਿਬ ਜੀ ਦੇ ਇਸ ਤਰ੍ਹਾਂ ਦੇ ਸਾਨੂੰ ਜ਼ਿਕਰ ਮਿਲਦੇ ਹਨ ਕਿ ਸੁੱਖ ਦਾ ਪ੍ਰਭਾਵ ਅਰਥ ਹੈ ਆਤਮਿਕ ਅਡੋਲਤਾ। ਅਡੋਲਤਾ ਦਾ ਮਤਲਬ ਹੈ ਅਸੀਂ ਸੁੱਖ ਦਾ ਪੱਧਰ ਮੰਨਦੇ ਹਾਂ ਕਿ ਜਿਵੇਂ ਮੈਨੂੰ ਰੋਗ ਨਾ ਲੱਗੇ, ਮੈਂ ਚਾਹੁੰਦਾ ਮੈਨੂੰ ਰੋਗ ਨਾ ਲੱਗੇ, ਨਹੀਂ ਲੱਗੇ ਮੈਂ ਸੁਖੀ ਹਾਂ। ਪਰ ਇਸ ਗੱਲ ਤੋਂ ਅਣਜਾਣ ਹੈ ਵੀ ਸਰੀਰ ਦੀ ਪ੍ਰਕਿਰਤੀ ਹੈ, ਜਦੋਂ ਜਦੋਂ ਬਦਲੇਗੀ ਉਦੋਂ ਰੋਗ ਤਾਂ ਆਉਣਗੇ ਹੀ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਇਹ ਤੁੱਤ ਦਾ ਮਤਲਬ ਬਾਹਰਲੀ ਜੀਵਨ ਦੇ ਵਿੱਚ ਹਰ ਚੀਜ਼ ਦੀਆਂ 2 ਸਥਿਤੀਆਂ ਨੇ। ਦੁੱਖ ਹੈ, ਸੁੱਖ ਹੈ, ਉਸਤਤ ਹੈ, ਨਿੰਦਾ ਹੈ, ਹਰਖ ਹੈ, ਸੋਗ ਹੈ, ਮਾਨ ਹੈ, ਅਪਮਾਨ ਹੈ, ਭੋਗ ਹੈ, ਰੋਗ ਹੈ, ਜਨਮ ਹੈ, ਮਰਨ ਹੈ। 2 ਸਥਿਤੀਆਂ ਹਰੇਕ ਚੀਜ਼ ਦੀਆਂ ਬਾਹਰੀ ਤਰਫ ਹਨ, ਪਰ ਅੰਤਰੀਵ ਦੇ ਵਿੱਚ ਇਹ ਇੱਕੋ ਹੀ ਰਹਿ ਜਾਂਦੀ ਹੈ ਅਤੇ ਇੱਕੋ ਹੀ ਸੁਖੀ ਹੁੰਦਾ ਹੈ। ਅੱਜ ਦੁਨੀਆ ਸਾਰੀ ਸੋਲੀਟਿਊਡ ਦੇ ਵਿੱਚ ਆਪਣਾ ਸੁੱਖ ਕਿਉਂ ਲੱਭਣ ਲੱਗ ਪਈ ਹੈ ਕਿ ਅਦਰ ਜਿਹੜਾ ਹੈ ਉਹ ਮਨੁੱਖ ਲਈ ਦੁੱਖ ਪੈਦਾ ਕਰਨਾ ਸ਼ੁਰੂ ਕਰ ਦਿੰਦਾ ਹੈ। ਉਦਾਹਰਨ ਦੇ ਤੌਰ 'ਤੇ ਔਲਾਦ ਵੀ ਦੁੱਖ ਪੈਦਾ ਕਰਨ ਲੱਗ ਪੈਂਦੀ ਹੈ, ਪਦਾਰਥ ਵੀ ਦੁੱਖ ਪੈਦਾ ਕਰਨ ਲੱਗ ਪੈਂਦਾ ਹੈ। ਇਸ ਕਰਕੇ ਮਨੁੱਖ ਸੋਲੀਟਿਊਡ ਵਿੱਚ ਜਾ ਰਿਹਾ, ਇਕੱਲਤਾ ਵਿੱਚ ਅੱਜ ਦੇ ਸਮੇਂ 'ਚ ਤਾਂ ਜਾ ਰਿਹਾ। ਅਤੇ ਪ੍ਰਭੂ ਦੇ ਰੂਪ ਦੇ ਵਿੱਚ ਬੰਦਾ ਹੁੰਦਾ ਤਾਂ ਸੋਲੀਟਿਊਡ 'ਚ ਹੀ ਹੈ, ਪਰ ਉਹਦੇ 2 ਆਧਾਰ ਬਣੇ ਰਹਿੰਦੇ ਹਨ। ਇੱਕ ਉਹਦਾ ਆਤਮ ਆਧਾਰ, ਇੱਕ ਉਹਦਾ ਜੀਵਨ ਦਾ ਜਿਹੜਾ ਸਰੀਰਕ ਆਧਾਰ, ਇਹ ਜੁੜੇ ਰਹਿੰਦੇ ਹਨ। ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਕਬੀਰ ਕਹਾਣੀ ਪੀੜ ਤੇ ਸਤਿਗੁਰ ਲੀਏ ਛਡਾਏ। ਹੁਣ ਜਿਨ੍ਹਾਂ ਨੇ ਸਿਮਰਨਮਈ ਜੀਵਨ ਜੀ ਕੇ ਦੇਖਿਆ,
ਜਿਹੜੇ ਗੁਰੂ ਸ਼ਬਦ ਦੇ ਅਭਿਆਸ ਨਾਲ ਵਿਕਾਰਾਂ ਦੀ ਮਾਰ ਤੋਂ ਬਚ ਗਏ, ਜਿਨ੍ਹਾਂ ਨੇ ਗੁਰੂ ਸ਼ਬਦ ਦੇ ਗਹਿਰੇ ਅਭਿਆਸ ਨਾਲ ਆਪਣੀ ਮੈਂ ਤੋਂ ਛੁਟਕਾਰਾ ਪਾ ਲਿਆ, ਜਿਹੜੇ ਜੀਵਨ ਦੀ ਸਾਰੀ ਭਟਕਣ ਤੋਂ ਮੁਕਤ ਹੋ ਗਏ, ਜਾਂ ਜਿਨ੍ਹਾਂ ਨੇ ਦੇਖਿਆ ਕਿ ਜੀਵਨ ਕਿਵੇਂ ਸਤਿਗੁਰੂ ਦੀ ਰਹਿਮਤ ਨਾਲ ਬਚ ਗਿਆ। ਭਗਤ ਕਬੀਰ ਸਾਹਿਬ ਜੀ ਉਹਨਾਂ ਦਾ ਅਨੁਭਵ ਬਿਆਨ ਕਰਦੇ ਹਨ। ਕਹਾਣੀ ਪੀੜ ਤੇ ਕੋਲੂ ਦੇ ਵਿੱਚ ਤੇਲ ਕੱਢਣ ਦੇ ਲਈ ਵੱਖੋ ਵੱਖਰੇ ਅਨਾਜ ਪੀੜੇ ਜਾਂਦੇ ਹਨ, ਤਾਂ ਪੀੜ ਕੇ ਕਰੋੜਾਂ ਦਾਣੇ ਪੀੜ ਕੇ ਇੱਕ ਤਰਫ ਤੇਲ ਨਿਕਲਦਾ ਹੈ, ਤਾਂ ਦੂਜੀ ਤਰਫ ਜਿਹੜੀ ਉਹਦੀ ਬਣੀ ਹੋਈ ਖੱਲ ਆਦਿਕ ਨਿਕਲਦੀ ਹੈ, ਤਾਂ ਉਸ ਨੂੰ ਜਦੋਂ ਬਾਰੀਕੀ ਦੇ ਨਾਲ ਦੇਖਿਆ ਜਾਵੇ ਤਾਂ ਉਹ ਬੜਾ ਇੱਕ ਕਰੂਰ ਜਿਹਾ ਵਰਤਾਰਾ ਹੁੰਦਾ ਹੈ। ਤਾਂ ਭਗਤ ਕਬੀਰ ਸਾਹਿਬ ਉਹਦੇ ਵਿੱਚ ਬਹੁਤ ਥਾਂ ਨਹੀਂ ਮੌਜੂਦ ਹੁੰਦੀ। ਕੋਲੂ ਦੇ ਜਿਹੜੇ 2 ਪਿੜ ਹਨ ਉਹਨਾਂ ਦੇ ਵਿੱਚ ਬਿਲਕੁਲ ਵੀ ਮਤਲਬ ਉਦਾਹਰਨ ਦੇ ਤੌਰ 'ਤੇ 1 mm ਵੀ ਥਾਂ ਮੌਜੂਦ ਨਹੀਂ ਹੁੰਦੀ। ਉਹ ਲਗਭਗ ਜੁੜੇ ਹੁੰਦੇ ਨੇ, ਸਿਰਫ ਉਹਨਾਂ ਦੇ ਅੰਦਰ ਬਰੀਕ ਉਹਨਾਂ ਝਰੀਆਂ ਜਿਹੀਆਂ ਪਾਈਆਂ ਹੁੰਦੀਆਂ ਨੇ, ਜਿਹਦੇ ਕਰਕੇ ਰਗੜ ਪੈਦਾ ਹੁੰਦੀ ਅਤੇ ਕੋਈ ਚੀਜ਼ ਪੀਸੀ ਜਾਂਦੀ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਹਾਣੀ ਪੀੜ ਤੇ ਇੰਝ ਹੀ ਸਾਡਾ ਜੀਵਨ ਪਿਸ ਰਿਹਾ ਸੀ। ਇੱਕ ਤਰਫ ਸਾਡੀ ਨਿਰਮਲਤਾ ਸੀ ਮਨ, ਮਤਲਬ ਇਹਦਾ ਬਾਰੀ ਜ਼ਿਕਰ ਹੀ ਰਹੇਗਾ ਕਿ ਜੀਵਨ ਵਿਕਾਰਾਂ ਦੇ ਵਿੱਚ ਪੀੜਿਆ ਜਾ ਰਿਹਾ ਸੀ, ਜੀਵਨ ਤ੍ਰਿਸ਼ਨਾ ਦੇ ਵਿੱਚ ਪੀੜਿਆ ਜਾ ਰਿਹਾ ਸੀ, ਅਗਿਆਨ ਦੇ ਵਿੱਚ ਪੀੜਿਆ ਜਾ ਰਿਹਾ ਸੀ। ਪਰ ਕਹਿੰਦੇ ਸਤਿਗੁਰ ਲੀਏ ਛਡਾਏ। ਹੁਣ ਸਤਿਗੁਰ ਲੀਏ ਛਡਾਏ ਕਿਵੇਂ, ਇਹਦਾ ਅਨੁਭਵ ਮੈਂ ਆਪਣੇ ਪੜ੍ਹਾਈ 'ਚੋਂ ਨਹੀਂ, ਇਹ ਸੁਣੇ ਹੋਏ 'ਚੋਂ ਹੀ ਦਰਜ ਕਰਾਂਗਾ। ਮੈਂ ਕਿਸੇ ਦੂਜੇ ਮੱਤ ਦਾ ਬੰਦਾ ਸੀ, ਉਹ ਬੜਾ ਅਨੁਭਵੀ ਸੀ, ਗੁਰਬਾਣੀ ਦਾ ਬੜਾ ਵਸੀਹੀ ਗਿਆਨ ਸੀ, ਔਰ ਉਹ ਗਿਆਨ ਗੁਰਬਾਣੀ ਕੋ ਉਹਦਾ ਟੀਕਿਆਂ ਵਾਲਾ ਨਹੀਂ ਸੀ, ਅਨੁਭਵ ਵਾਲਾ ਸੀ। ਮੈਂ ਕਹਿੰਦੀ ਕੋਲੂ ਦੇ ਵਿੱਚ ਇਹ ਸਲੋਕ ਦੀ ਹੀ ਵਿਚਾਰ ਹੋਈ ਸੀ, ਸਤਿਗੁਰ ਲੀਏ ਛਡਾਏ, ਵੀ ਕੋਲੂ ਦੇ ਵਿੱਚੋਂ ਸਤਿਗੁਰੂ ਕਿਵੇਂ ਬਚਾ ਸਕਦਾ। ਤਾਂ ਉਹ ਮੈਨੂੰ ਕਹਿਣ ਲੱਗਾ ਕਿ ਕੋਲੂ ਦੇ ਵਿੱਚ ਵਾਲ ਨਹੀਂ ਪੀੜਿਆ ਜਾਂਦਾ, ਵਾਲ ਇੰਨਾ ਬਰੀਕ ਹੁੰਦਾ, ਭਾਵੇਂ ਕੋਲੂ ਜਿੰਨਾ ਮਰਜ਼ੀ ਨੇੜਿਓਂ ਜੁੜਿਆ ਹੋਵੇ ਵਾਲ ਫਿਰ ਵੀ ਨਿਕਲ ਜਾਂਦਾ। ਸਤਿਗੁਰੂ ਤੁਹਾਨੂੰ ਤੁਹਾਡੇ ਗਿਆਨ ਦੇ ਨਾਲ ਇੰਨੀ ਬਾਰੀਕ ਸੁਰਤ ਦੇ ਦਿੰਦਾ ਹੈ ਕਿ ਇੰਨੀ ਬਾਰੀਕ ਜੀਵਨ ਬਣ ਜਾਂਦਾ ਹੈ ਕਿ ਵਿਕਾਰਾਂ ਦਾ ਜਿਹੜਾ ਪ੍ਰਭਾਵ ਹੈ, ਜਿਹਦੇ ਕਰਕੇ ਮਨੁੱਖ ਭਾਰੀ ਹੁੰਦਾ। ਹੁਣ ਜਿਹੜੀ ਚੀਜ਼ ਦੀ ਹੋਂਦ ਹੀ ਬੜੀ ਬਰੀਕ ਹੋ ਗਈ, ਉਹਨੂੰ ਕੋਲੂ ਕੀ ਪੀੜੇਗਾ। ਹੁਣ ਜਿਹੜੇ ਅਨਾਜ ਪੀੜਦੇ ਹਨ ਉਹਨਾਂ ਦੀ ਕੁਝ ਨਾ ਕੁਝ ਤਾਂ ਹੋਂਦ ਹੁੰਦੀ ਹੈ, ਤਾਂ ਇਸ ਕਰਕੇ ਵਾਲ ਦੀ ਤਾਂ ਕਈ ਵਾਰੀ ਹੋਂਦ ਅੱਖ ਦੇ ਨਾਲ ਵੀ ਨਜ਼ਰ ਨਹੀਂ ਆਉਂਦੀ। ਕਹਿੰਦਾ ਇੰਝ ਹੀ ਸਤਿਗੁਰੂ ਦਾ ਸ਼ਬਦ ਦਾ ਗਿਆਨ, ਸ਼ਬਦ ਦਾ ਅਭਿਆਸ ਸਾਨੂੰ ਇੰਨੇ ਸੂਖਮ ਕਰ ਦਿੰਦਾ। ਤਾਂ ਕਰਕੇ ਭਗਤ ਕਬੀਰ ਸਾਹਿਬ ਜੀ ਦੇ ਸਲੋਕਾਂ ਵਿੱਚ ਹੀ ਜ਼ਿਕਰ ਆਉਂਦਾ ਨਾ, ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਰਾਈ ਦਸਵੇਂ ਪਾਏ, ਕਿ ਜਿਹੜਾ ਮਾਰਗ ਹੈ ਉਹਦੇ 'ਤੇ ਰਾਈ ਦੇ 10ਵੇਂ ਦਾਣਾ ਜਿੰਨਾ ਹੋ ਕੇ ਚੱਲਿਆ ਪੈਂਦਾ ਹੈ। ਸ਼ਬਦ ਦਾ ਰੋਜ਼ਾਨਾ ਗਿਆਨ ਸੰਗ੍ਰਹਿਤ ਕਰਕੇ ਉਹਦਾ ਅਭਿਆਸ ਕਰਕੇ ਮਨੁੱਖ ਦੀ ਸੁਰਤ ਅਤੀ ਬਰੀਕ ਹੋ ਜਾਂਦੀ ਹੈ, ਅਤੇ ਫਿਰ ਉਹ ਵਿਕਾਰਾਂ ਦੀ ਪਾਹ ਵਿੱਚੋਂ ਸਹਿਜੇ ਹੀ ਲੰਘ ਜਾਂਦਾ ਹੈ। ਜਿਵੇਂ ਉਦਾਹਰਨ ਦੇ ਤੌਰ 'ਤੇ ਤਾਂ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਸਤਿਗੁਰ ਲੀਏ ਛਡਾਏ, ਔਰ ਸਤਿਗੁਰੂ ਨੇ ਕਿਸ ਭਾਵ ਦੇ ਨਾਲ ਛਡਾਇਆ ਕਿ ਆਪਣੇ ਸਤ ਸਰੂਪ ਨੂੰ ਸਮਝਿਆ। ਤਾਂ ਭਗਤ ਕਬੀਰ ਸਾਹਿਬ ਜੀ ਅੱਗੇ ਬੜਾ ਕਮਾਲ ਦਾ ਜ਼ਿਕਰ ਕਰਦੇ ਹਨ। ਪਰਾ ਪੂਰਬਲੀ ਭਾਵਨੀ ਪ੍ਰਗਟ ਹੋਈ ਆਏ। ਕਹਿੰਦੇ ਇਸ ਭਰਮਰੇ ਚੱਕਰ ਦੇ ਵਿੱਚ ਛਡਾਉਣ ਵਾਲੀ ਚੀਜ਼ ਕਿਹੜੀ ਸੀ? ਪਰਾ ਪੂਰਬਲੀ ਭਾਵਨੀ, ਕੋਈ ਪੂਰਬਲੇ ਜਨਮ ਦੀ ਪਵਿੱਤਰ ਕਰਮ ਦੀ ਭਾਵਨਾ ਹੈ ਜਿਹੜੀ ਇਸ ਥਾਂ 'ਤੇ ਆ ਕੇ ਪ੍ਰਗਟ ਹੋਈ, ਅਤੇ ਉਹਨੇ ਜਿਹੜਾ ਹੈ ਸਾਨੂੰ ਛਡਾ ਲਿਆ। ਕਹਿੰਦੇ ਕਿਸੇ ਉੱਤਮ ਸਭਾ ਦੇ ਵਿੱਚ ਵਿਚਾਰ ਹੋਈ ਕਿ ਜਦ ਦ੍ਰੋਪਦੀ ਦੀ ਚੀਰ ਅਪਹਰਨ ਦੀ ਰੱਖਿਆ ਹੋਈ, ਉਹਦਾ ਕਾਰਨ ਕੀ ਸੀ? ਵੀ ਕੋਈ ਨਾ ਕੋਈ ਤਾਂ ਕਰਮ ਕੀਤਾ ਜਿਹਦੇ ਕਰਕੇ ਪ੍ਰਭੂ ਨੇ ਵੀ ਰੱਖਿਆ ਕੀਤੀ, ਨਹੀਂ ਤਾਂ ਪ੍ਰਭੂ ਸਿੱਧੀ ਅਰਦਾਸ ਰੂਪ 'ਚ ਰੱਖਿਆ ਨਹੀਂ ਕਰਦਾ। ਅਤੇ ਉਹਦੇ ਵਿੱਚ ਕੋਈ ਖੋਜਬੀਨ ਤੋਂ ਬਾਅਦ ਪਤਾ ਲੱਗਾ ਕਿ ਕਿਸੇ ਕੰਮੇ ਕੋਈ ਉੱਤਮ ਜਗਿਆਸੂ ਮਹਾਤਮਾ ਇੱਕ ਨਦੀ ਵਿੱਚ ਇਸ਼ਨਾਨ ਕਰ ਰਿਹਾ ਸੀ, ਅਤੇ ਕਿਸੇ ਹਵਾ ਦੇ ਵਹਿਣ ਕਰਕੇ ਉਹਦੇ ਜਿਹੜੇ ਕੱਪੜੇ ਸਨ ਉਹ ਪਾਣੀ ਵਿੱਚ ਵਹਿ ਗਏ ਸਨ। ਤਾਂ ਇਸ਼ਨਾਨ ਕਰਕੇ ਬਾਹਰ ਨਿਕਲਣਾ ਸੀ, ਆਪਣੇ ਵਸਤਰ ਗਿੱਲੇ ਬਦਲਣੇ ਸਨ, ਉਹਦੇ ਕੋਲ ਕੋਈ ਦੂਜਾ ਵਸਤਰ ਨਾ ਰਿਹਾ। ਤਾਂ ਕਹਿੰਦੇ ਕਿਤੇ ਆਪਣੀ ਸਵੇਰ ਦੀ ਸੈਰ ਦੌਰਾਨ ਦ੍ਰੋਪਦੀ ਉੱਥੋਂ ਗੁਜ਼ਰ ਰਹੀ ਸੀ, ਤਾਂ ਉਹਨੇ ਆਪਣੇ ਦੁਪੱਟੇ ਦਾ ਕਹਿ ਲਓ ਕੁਝ ਹਿੱਸਾ ਪਾੜ ਕੇ ਉਸ ਨੂੰ ਦੇ ਦਿੱਤਾ। ਉਹਨੇ ਵਸਤਰ ਬਦਲੇ ਅਤੇ ਉਹਨੇ ਕਿਹਾ ਤਥਾਸਤੂ, ਇਹ 100 ਗੁਣਾ ਹੋ ਕੇ ਮਿਲੇਗਾ ਤੈਨੂੰ। ਫਿਰ ਉਹਦੀ ਰੱਖਿਆ ਹੋਈ। ਇਸ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਪਰਾ ਪੂਰਬਲੀ ਭਾਵਨੀ। ਅੱਗੇ ਬਹੁਤ ਦਫਾ ਅਰਜ਼ ਕੀਤੀ ਹੈ ਕਿ ਜਿਹੜੇ ਅਸੀਂ ਰੋਜ਼ਾਨਾ ਜੁੜ ਬੈਠਦੇ ਹਾਂ, ਚਾਹੇ ਕਥਨ ਵਾਲਾ ਹੈ, ਚਾਹੇ ਸੁਣਨ ਵਾਲਾ, ਅਤੇ ਚਾਹੇ ਕੇਵਲ ਮੱਥਾ ਟੇਕ ਕੇ ਹੀ ਮੁੜਨ ਵਾਲਾ ਹੈ। ਜਿਵੇਂ ਉਦਾਹਰਨ ਦੇ ਤੌਰ 'ਤੇ ਵਰਤਮਾਨ ਸਮੇਂ 'ਚ ਇੱਕ ਮਾਰਕਸਿਸਟ ਨੇਮ ਹੈ
ਕਿ ਸਾਰਿਆਂ ਦੇ ਇੱਕ ਜਿਵੇਂ ਮਾਰਕਸ ਦਾ ਇੱਕ ਨੇਮ ਹੈ ਕਿ ਸਾਰਿਆਂ ਦੇ ਵਿੱਚ ਦੁਨੀਆ ਦੀ ਸੰਪत्ति ਸਾਰਿਆਂ 'ਚ ਬਰਾਬਰ ਵੰਡ ਦਿਓ, ਫਿਰ ਦੁਨੀਆ ਸੁਖੀ ਹੋ ਜਾਏਗੀ। ਇਹ ਮਾਰਕਸ ਦਾ ਨੇਮ ਹੈ ਜਿਹਨੂੰ ਕਮਿਊਨਿਸਟ ਲੋਕ ਵਰਤਦੇ ਨੇ। ਮੇਰਾ ਇੱਕ ਦੋਸਤ ਨੇ ਅੱਜ ਇੱਕ ਕਹਿਣ ਲੱਗਾ ਜੇ ਬਰਾਬਰ ਵੰਡ ਵੀ ਦਈਏ, ਹੁਣ ਇੱਕ ਹੈ ਜਿਹਨੂੰ 100 ਤੋਂ 1000 ਕਰਨਾ ਆਉਂਦਾ ਹੈ, ਜਿਹਨੂੰ 100 ਤੋਂ 1000 ਕਰਨਾ ਨਾ ਆਇਆ ਉਹ ਤਾਂ ਭਾਵੇਂ ਬਰਾਬਰ ਸੰਪत्ति ਵੰਡਦੇ ਉਹਨੇ ਫਿਰ ਵੀ ਗਰੀਬ ਹੀ ਰਹਿਣਾ ਹੈ। ਹੁਣ ਉਦਾਹਰਨ ਦੇ ਤੌਰ 'ਤੇ ਗੱਲ ਤਾਂ ਬਰਾਬਰ ਵੰਡ ਦਿੰਦੇ ਸਾਰੇ ਸੰਸਾਰ 'ਚ ਸੰਪत्ति, ਅਮੀਰਾਂ ਲੋਕਾਂ ਦੀ ਖੋਹ ਕੇ ਗਰੀਬਾਂ 'ਚ ਸਾਰਿਆਂ ਨੂੰ ਲੱਖਪਤੀ ਕਰ ਦਿੰਦੇ ਹਾਂ, ਪਰ ਉਸ ਲੱਖ ਤੋਂ ਕੋਈ ਫਿਰ ਕਰੋੜਪਤੀ ਹੋ ਗਿਆ ਅਤੇ ਇੱਕ ਉਹ ਜਿਹਨੂੰ ਲੱਖ ਤੋਂ ਵੀ 10,000 ਵਾਲਾ ਹੋ ਗਿਆ, ਇਸ ਗੱਲ ਦਾ ਕੌਣ ਫਿਕਰ ਕਰੇਗਾ। ਇਸੇ ਤਰ੍ਹਾਂ ਜਿਹੜਾ ਅਸੀਂ ਕਰਮ ਕਰਦੇ ਹਾਂ, ਜਿਹਦੀ ਜੀਵਨ ਜ਼ਿਆਦਾ ਨਿਰਮਲ, ਜ਼ਿਆਦਾ ਪ੍ਰੀਤ ਦੇ ਸਹਿਤ ਹੋ ਗਿਆ ਹੈ, ਉਹ ਪੂਰੀ ਹਾਜ਼ਰੀ ਭਰਦਾ ਹੈ। ਜਿਹਦੀ ਥੋੜ੍ਹੀ ਅੱਧੀ ਹੈ ਉਹ ਵਿੱਚੋਂ ਮਾੜੇ ਮੋਟੇ ਟੋਟਕੇ ਜੇ ਸੁਣ ਲੈਂਦਾ ਹੈ, ਅਤੇ ਜਿਹਦਾ ਸਿਰਫ ਇੰਨਾ ਹੀ ਹੈ ਉਹ ਬਾਹਰੋਂ ਹੀ ਦੁਆਰ ਤੋਂ ਹੀ ਮੱਥਾ ਟੇਕਦਾ, ਉਹ ਅੰਦਰ ਵੀ ਨਹੀਂ ਆਉਂਦਾ। ਕਈ ਸ਼ਖਸ ਐਸੇ ਦੇਖੇ ਮਹਾਂਮਾਰੀ ਦੇ ਦੌਰ ਦੇ ਵਿੱਚ ਗੁਰੂ ਦੁਆਰ 'ਤੇ ਆਪਣਾ ਕਦਮ ਲਿਆਉਣਾ ਹੀ ਭੁੱਲ ਗਏ। ਮੈਨੂੰ ਬੜਾ ਤਰਸ ਆਇਆ, ਮੈਂ ਕਿਹਾ ਨਹੀਂ ਭਾਵੇਂ ਕਿਸੇ ਨੂੰ, ਪਰ ਮੈਨੂੰ ਆਇਆ ਕਿ ਚਲੋ ਇਹ ਤਾਂ ਮੰਨਿਆ ਜਾ ਸਕਦਾ ਕਿ ਕੋਈ ਮਹਾਂਮਾਰੀ ਦੇ ਨਾਲ ਪ੍ਰਭਾਵਿਤ ਸੀ, ਉਹਦੇ ਨੇੜੇ ਖਲੋਣ ਦੇ ਨਾਲ ਤਾਂ ਸਾਡੇ ਜੀਵਨ ਦਾ ਨੁਕਸਾਨ ਹੋ ਸਕਦਾ ਕਿ ਉਹ ਪ੍ਰਭਾਵਿਤ ਹੈ ਇਸ ਰੋਗ ਤੋਂ। ਮਤਲਬ ਸਤਿਗੁਰੂ ਜਿਹਨੂੰ ਅਸੀਂ ਰੋਗਾਂ ਤੋਂ ਮੁਕਤ ਕਰਨ ਵਾਲਾ ਮੰਨਦੇ ਹਾਂ, ਉਹਨੂੰ ਵੀ ਇਸ ਰੂਪ ਦੇ ਵਿੱਚ ਅਸੀਂ ਦੇਖਣਾ ਸ਼ੁਰੂ ਕਰ ਦਿੱਤਾ। ਇਹੋ ਜਿਹੀ ਅਣਜਾਣ ਅਤੇ ਸੀਮਤ ਬੁੱਧੀ 'ਤੇ ਤਰਸ ਹੀ ਆ ਸਕਦਾ, ਹੋਰ ਕੁਝ ਨਹੀਂ ਹੋ ਸਕਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਪਰਾ ਪੂਰਬਲੀ ਭਾਵਨੀ, ਕਿ ਜਿਹੜਾ ਸ਼ਰਧਾ ਗਿਆਨ ਰੂਪ ਸੇਵਾ ਰੂਪ ਕਰਮ ਜਿਹੜਾ ਭਾਵਨੀ ਕਰਕੇ ਕੀਤਾ ਸੀ, ਉਹ ਕਰਮ ਹਰ ਜਗ੍ਹਾ ਮਦਦਗਾਰ ਹੁੰਦਾ। ਤਾਂ ਕਰਕੇ ਰੋਜ਼ਾਨਾ ਦੀ ਸਤਸੰਗਤ ਉੱਪਰ ਜ਼ੋਰ ਦਿੱਤਾ ਜਾਂਦਾ ਹੈ। ਕਿਸੇ ਸਮੇਂ ਕਹਿੰਦੇ ਕਿ ਇੱਕ ਪ੍ਰੇਰਣਾਤਮਕ ਗਾਥਾ ਆਪਦੇ ਸਨਮੁਖ ਰੱਖਦੇ ਹਾਂ ਕਿ ਇੱਕ ਸਮੇਂ ਕੋਈ ਬੰਦਾ ਕਿਸੇ ਅਪਰਾਧੀ ਪੁਣੇ ਕਰਕੇ ਪਕੜਿਆ ਗਿਆ ਅਤੇ ਉਹਨੂੰ ਸਜ਼ਾ ਦਿੱਤੀ ਗਈ, ਇੱਕ ਭੁੱਖੇ ਸ਼ੇਰ ਦੇ ਸਾਹਮਣੇ ਸੁੱਟ ਦਿੱਤਾ ਗਿਆ। ਜਦੋਂ ਭੁੱਖੇ ਸ਼ੇਰ ਨੂੰ ਛੱਡਿਆ ਗਿਆ ਪਿੰਜਰੇ ਦੇ ਵਿੱਚੋਂ, ਜਿਸ ਮਨੁੱਖ ਨੂੰ ਸਜ਼ਾ ਦਿੱਤੀ ਸੀ ਉਹਦਾ ਸ਼ਿਕਾਰ ਬਣਨ ਦੀ, ਉਸ ਸ਼ੇਰ ਨੇ ਉਹਨੂੰ ਖਾਧਾ ਨਾ ਕੋਈ, ਸਗੋਂ ਉਹਦੇ ਨਾਲ ਲਾਡ ਕਰਨ ਲੱਗ ਪਿਆ। ਤਾਂ ਉੱਥੇ ਉੱਤਮ ਪੁਰਖਾਂ ਨੇ ਵਿਚਾਰਿਆ ਕਿ ਇਹ ਕਿਸ ਗੱਲੋਂ ਵੀ ਸ਼ੇਰ ਤਾਂ ਇੰਨੇ ਦਿਨਾਂ ਦਾ ਵੈਸੇ ਭੁੱਖਾ ਹੈ, ਦੂਜਾ ਇਸ ਮਨੁੱਖ ਨੂੰ ਉਹ ਲਾਡ ਕਰਨ ਲੱਗ ਪਿਆ, ਕਾਰਨ ਕੀ ਹੈ। ਫਿਰ ਉਹਨਾਂ ਨੇ ਉਸ ਗੱਲ ਨੂੰ ਪੁੱਛਿਆ ਤਾਂ ਉਸ ਮਨੁੱਖ ਨੇ ਦੱਸਿਆ ਕਿ ਅੱਜ ਤੋਂ ਕੁਝ ਸਾਲ ਪਹਿਲਾਂ ਜੰਗਲ ਦੇ ਵਿੱਚ ਇਹ ਸ਼ੇਰ, ਇਹਦੇ ਪੰਜੇ ਦੇ ਵਿੱਚ ਕੋਈ ਬਹੁਤ ਇਕੱਠੇ ਕੰਡੇ ਚੁੱਭ ਗਏ ਸਨ ਅਤੇ ਇਕੱਲੇ ਇਕੱਲੇ ਕੰਡੇ ਨੂੰ ਪੁੱਟ ਕੇ ਮੈਂ ਸਾਫ਼ ਕੀਤਾ ਸੀ ਅਤੇ ਜ਼ਖਮ ਦਾ ਉਪਚਾਰ ਕੀਤਾ ਸੀ ਅਤੇ ਉਹ ਇਹਦੀ ਯਾਦਦਾਸ਼ਤ 'ਚ ਵਸਿਆ। ਤਾਂ ਕਰਕੇ ਇਹਨੇ ਮੈਨੂੰ ਸ਼ਿਕਾਰੀ ਨਜ਼ਰ ਦੇ ਨਾਲ ਨਹੀਂ ਦੇਖਿਆ ਅਤੇ ਨਾ ਹੀ ਮੇਰਾ ਸ਼ਿਕਾਰ ਕੀਤਾ। ਇਸ ਕਰਕੇ ਜਿਹੜਾ ਉੱਤਮ ਕਰਮ ਹੈ ਉਹ ਹਰ ਜਗ੍ਹਾ ਸਹਾਇਕ ਹੁੰਦਾ। ਭਾਈ ਜੋਗਾ ਜੀ ਨੇ ਕੇਵਲ ਇੰਨੇ ਹੀ ਵਾਕ ਕਹੇ ਸਨ ਕਿ ਮੈਂ ਤੁਹਾਡੇ ਜੋਗਾ, ਕੇਵਲ ਉਹਨੇ ਵਾਕ ਕਹੇ, ਪਰ ਪੂਰਨ ਸਤਿਗੁਰ ਲੀਏ ਛਡਾਏ, ਭਗਤ ਕਬੀਰ ਸਾਹਿਬ ਜੀ ਨੇ ਕਿਹਾ। ਕੇਵਲ ਉਹਨੇ ਤੇ ਅਣਜਾਣ ਬਾਲਕ ਸੀ, ਵਾਕ ਕਹਿ ਦਿੱਤੇ ਕਿ ਜੀ ਮੈਂ ਤੁਹਾਡੇ ਜੋਗਾ। ਪਰ ਜਦੋਂ ਜੀਵਨ ਦੇ ਵਿੱਚ ਗਿਰਾਵਟ ਦਾ ਪੱਧਰ ਬਣਨ ਲੱਗਾ, ਆਪਣੇ ਅਕੀਦੇ ਤੋਂ, ਜੀਵਨ ਦੀ ਪਵਿੱਤਰਤਾ ਤੋਂ ਡਿੱਗਣ ਲੱਗੇ, ਉਦੋਂ ਸਤਿਗੁਰੂ ਨੇ ਅੰਗ ਸੰਗ ਵਾਲੀ ਪ੍ਰਤੀਤ ਦ੍ਰਿੜ ਕਰਾ ਕੇ ਉਹਨਾਂ ਦੇ ਜੀਵਨ ਦੀ ਸੰਭਾਲ ਕਰਵਾਈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਪਰਾ ਪੂਰਬਲੀ ਭਾਵਨੀ ਪ੍ਰਗਟ ਹੋਈ ਆਏ। ਇਸ ਕਰਕੇ ਪ੍ਰਗਟ ਹੋਈ ਆਏ, ਤਾਂ ਕਰਕੇ ਇਸ ਗੱਲ ਦਾ ਜ਼ਿਕਰ ਬਹੁਤ ਕੀਤਾ ਜਾਂਦਾ ਹੈ ਕਿ ਜੇ ਆਰੰਭਕ ਉਮਰ ਦੇ ਬੱਚਿਆਂ ਨੂੰ ਗੁਰੂ ਘਰ ਨਹੀਂ ਲਿਆ ਰਹੇ ਤਾਂ ਕੱਲ੍ਹ ਨੂੰ ਉਹਨਾਂ ਦੇ ਜੀਵਨ 'ਚ ਕੋਈ ਕਿਸੇ ਤਰ੍ਹਾਂ ਦਾ ਵਿਕਾਰੀ ਜਾਂ ਕਿਸੇ ਤਰ੍ਹਾਂ ਦਾ ਅਧਰਮ ਦਾ ਸੰਕਟ ਉਹਨਾਂ ਦੇ ਜੀਵਨ 'ਚ ਬਣ ਗਿਆ, ਅਤੇ ਜਿਹੜੀ ਥੋੜ੍ਹੇ ਵੀ ਕਰਮ ਦੀ ਕਮਾਈ ਹੈ ਉਹ ਮਨੁੱਖ ਨੂੰ ਸੁਰੱਖਿਅਤ ਕਰ ਲੈਂਦੀ ਹੈ। ਪਰ ਸਾਡੀ ਪਤਾ ਨਹੀਂ ਇਸ ਗੱਲ ਨੂੰ ਸਮਝਣ 'ਚ ਕਦੀ ਮੈਨੂੰ ਉਦਾਹਰਨ ਦੇ ਤੌਰ 'ਤੇ ਇਸ ਗੱਲ ਦਾ ਜ਼ਿਕਰ ਦੱਸਣਾ, ਕਦੀ ਕਿਸੇ ਨੇ ਆਪਣੇ 15 ਸਾਲ ਦੇ ਬੱਚੇ ਨੂੰ ਕਿਹਾ ਚੱਲ ਤੈਨੂੰ ਸਕੂਲੇ ਦਾਖਲ ਕਰਾਈ, ਹੁਣ ਤੂੰ 15 ਸਾਲ ਦਾ ਹੋ ਗਿਆ। ਕਦੀ ਨਹੀਂ, ਕਿਸੇ ਨੇ, ਕੋਈ ਇੱਕ ਪਰਿਵਾਰ ਨਹੀਂ ਲੱਭੇਗਾ, ਭਾਵੇਂ ਸਾਰਾ ਖਾਨਦਾਨ ਅਨਪੜ੍ਹ ਹੋਵੇ, ਬੱਚਾ ਪੈਦਾ ਹੋਵੇ 3-4 ਸਾਲ ਦੀ ਉਮਰ ਤੋਂ ਹੀ ਰੱਟ ਲਾਉਣੀ ਸ਼ੁਰੂ ਕਰ ਦਿੰਦੇ ਨੇ, ਸਕੂਲ ਭੇਜ ਦਿਓ। ਹੁਣ ਤਾਂ ਸਮਾਂ ਇੰਨਾ ਐਡਵਾਂਸ ਹੋ ਗਿਆ, ਹੌਲੀ ਹੌਲੀ ਭਾਰਤ 'ਚ ਵੀ ਆ ਜਾਏਗਾ, ਜਿਵੇਂ ਵਿਦੇਸ਼ਾਂ ਵਿੱਚ ਚੱਲ ਗਿਆ ਕਿ ਗੌਰਮੈਂਟ ਕਹਿਣ ਲੱਗੀ ਵੀ 10 ਮਹੀਨੇ ਜਿਹੜੇ ਬੱਚੇ ਨੂੰ ਘਰ 'ਚ ਰਹਿਣ ਦਿਓ, 11ਵੇਂ ਮਹੀਨੇ ਸਕੂਲ ਦਾਖਲ ਕਰਵਾ ਦਿਓ। ਮਤਲਬ ਜਿੱਦਣ ਦੀ 10 ਮਹੀਨੇ ਦੀ ਉਮਰ ਹੋ ਜਾਏ ਸਕੂਲ 'ਚ ਦਾਖਲ ਕਰਵਾ ਦਿਓ। ਸਾਡੀ ਵੀ ਇੱਧਰ ਚੱਲ ਪਿਆ, ਉਹਦੇ ਰੂਪ ਬਦਲ ਗਏ ਨੇ। ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਪਰਾ ਪੂਰਬਲੀ। ਅਤੇ ਪਰ ਜੇ ਅਸੀਂ ਚਾਹੁੰਦੇ ਹਾਂ ਕਿ ਜੀਵਨ ਨਿਰਮਲ ਰਹੇ, ਜੀਵਨ ਥੋੜ੍ਹਾ ਸੰਤੁਲਿਤ ਰਹੇ, ਉਹਦੀ ਸੰਭਾਲ ਕਦੋਂ ਕਰਵਾਉਂਦੇ ਹਾਂ? ਜਦੋਂ ਸਾਰੀ ਬਾਤ ਵਹਿ ਚੁੱਕੀ ਹੁੰਦੀ। ਫਿਰ ਭਾਵੇਂ ਕਿੰਨਾ ਵੀ ਗੱਲ ਹੈ ਜਿਹੜੀ, ਇਸ ਕਰਕੇ 2 ਗੱਲਾਂ ਨੇ ਇਸ ਦਾ ਤਰਫ ਦੇ ਵਿੱਚ ਕਿ ਇਸ ਗੱਲ ਦਾ ਜ਼ਿਕਰ ਕਰਦਿਆਂ ਮੈਨੂੰ ਕਿਸੇ ਨੇ ਆਪਣਾ, ਕੱਲ੍ਹ ਹੀ ਕਿਸੇ ਨੇ ਅਨੁਭਵ ਦੱਸਿਆ ਕਿ ਉਹ ਆਪਣਾ ਅਨੁਭਵ ਇਸ ਤਰ੍ਹਾਂ ਦੱਸ ਰਿਹਾ ਸੀ
ਕਿ ਕਹਿੰਦਾ ਕਿ ਉਹ ਕੋਈ ਕਿਸੇ ਭਿਆਨਕ ਰੋਗ ਤੋਂ ਗ੍ਰਸਤ ਸੀ ਬਚਪਨ ਦੇ ਵਿੱਚ, ਅਤੇ ਕਹਿੰਦਾ ਕਿ 10 ਦਿਨ ਮੇਰੀ ਮਾਤਾ ਨੇ ਮੈਨੂੰ, ਉਦੋਂ ਕਿਉਂਕਿ ਸਕੂਲ ਵੀ ਨਹੀਂ ਸੀ ਜਾਂਦਾ, ਕਹਿੰਦਾ ਉਹਨੂੰ ਯਾਦ ਰਹੀ ਆਪਣੀ ਬਚਪਨ ਦੀ ਗੱਲ, ਕਿਸੇ ਭਿਆਨਕ ਰੋਗ ਤੋਂ ਗ੍ਰਸਤ ਸੀ। ਤਾਂ ਕਹਿੰਦੇ 10 ਦਿਨ ਮੇਰੀ ਮਾਤਾ ਨੇ ਮੈਨੂੰ ਸਿਰਫ ਇੱਕ ਵਾਕ ਰਟਾਇਆ, ਲਿਖਾ ਕੇ, ਯਾਦ ਕਰਵਾ ਕੇ ਕਿ ਪੁੱਤ ਜਦੋਂ ਸਰੋਵਰ 'ਚ ਨਹਾਏਗਾ ਅਤੇ ਬਾਅਦ ਜਦੋਂ ਗੁਰੂ ਸਾਹਿਬ ਦੇ ਜਾ ਕੇ ਅਰਦਾਸ ਕਰੇਗਾ, ਇੰਨੀ ਗੱਲ ਕਹੀਂ ਵੀ ਗੁਰੂ ਮਹਾਰਾਜ ਮੈਨੂੰ ਇਸ ਰੋਗ ਤੋਂ ਮੁਕਤ ਕਰ ਦੇ। ਕਹਿੰਦਾ ਉਹ ਬਚਪਨ ਰੂਪ ਦੇ ਵਿੱਚ, ਜਿਹਦਾ ਡਾਕਟਰ ਵੀ ਜਵਾਬ ਦੇ ਚੁੱਕੇ ਸਨ, ਕੇਵਲ ਮੈਂ ਇਹੀ ਵਾਕ, ਕਹਿੰਦਾ ਆਪਣੇ ਬਚਪਨ 'ਚ ਕਿਹਾ, ਬਚਪਨ 'ਚ ਹਿਰਦਾ ਸ਼ਵੱਸ ਸੀ, ਭਾਵਨਾ ਪੂਰੀ ਸੀ, ਭਰੋਸਾ ਦ੍ਰਿੜ ਸੀ, ਅਤੇ ਕਹਿੰਦੇ ਜਿਹੜਾ ਇੰਨੇ ਇਲਾਜ ਨਾਲ ਨਹੀਂ ਸੰਭਵ ਹੋਇਆ, ਉਹ ਇੱਕ ਇਸ਼ਨਾਨ ਦੇ ਨਾਲ, ਗੁਰੂ ਕੇ ਸਨਮੁਖ ਅਰਦਾਸ ਦੇ ਨਾਲ ਸੰਭਵ ਹੋ ਗਿਆ। ਇਸ ਕਰਕੇ ਹੁਣ ਅਸੀਂ ਵੱਡੇ ਹੋ ਗਏ, ਉਮਰਾਂ ਸਾਡੀਆਂ ਵੱਧ ਗਈਆਂ, ਅਕਲ ਵੱਧ ਗਈ ਹੈ, ਤਜਰਬਾ ਵੱਧ ਗਿਆ, ਪਰ ਸਾਡੀ ਅਰਦਾਸ ਕਮਜ਼ੋਰ ਹੋ ਗਈ ਹੈ। ਸਾਨੂੰ ਹੋਰਾਂ ਪੱਖਾਂ 'ਤੇ ਵਧੇਕ ਯਕੀਨ, ਅਰਦਾਸ ਜਾਂ ਸਤਿਗੁਰੂ ਦੀ ਮਿਹਰਾਮਤ 'ਤੇ ਯਕੀਨ ਘੱਟ ਹੁੰਦਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਪਰਾ ਪੂਰਬਲੀ ਭਾਵਨੀ ਪ੍ਰਗਟ ਹੋਈ ਆਏ, ਕਿ ਕੋਈ ਪੂਰਬਲੇ ਕਰਮ ਦਾ ਕੀਤਾ ਹੋਇਆ ਕਰਮ, ਪੂਰਬਲੇ ਜਨਮ ਦੇ 2 ਭਾਵ ਨੇ। ਇੱਕ ਹੈ ਇਸ ਜਨਮ ਤੋਂ ਪਹਿਲਾਂ ਕੋਈ ਕਰਮ ਬਣਿਆ ਰਿਹਾ, ਅਤੇ ਇੱਕ ਪੂਰਬ ਜਨਮ ਦਾ ਹੈ ਕਿ ਜਿਹੜਾ ਬਚਪਨ ਦੇ ਵਿੱਚ ਜਾਂ ਜੀਵਨ ਦੇ ਕਈ ਸਾਲ ਪਹਿਲਾਂ ਕਰ ਲਿਆ, ਪਰ ਉਹਦਾ ਖਿਆਲ ਭੁੱਲ ਗਿਆ, ਉਹ ਦੁਬਾਰਾ ਪ੍ਰਗਟ ਹੋ ਜਾਂਦਾ ਹੈ। ਉਦਾਹਰਨ ਦੇ ਤੌਰ 'ਤੇ ਕਦੇ ਰੂੜੀਆਂ ਦੇਖਣੀਆਂ ਗਾਹ ਦੇ ਨਾਲ, ਜਦੋਂ ਲੋਕ ਗਰਮੀਆਂ ਦੇ ਵਿੱਚ ਅੰਬ ਖਾ ਕੇ ਗਿਟਕ ਸੁੱਟ ਦਿੰਦੇ ਨੇ, ਉਹ 3 ਕੁ ਮਹੀਨੇ ਬਾਅਦ ਕੋਈ ਛੋਟਾ ਜਿਹਾ ਪੌਦਾ ਉੱਥੋਂ ਅੰਬ ਦਾ ਪੁੰਗਰਿਆ ਹੁੰਦਾ ਹੈ। ਅਤੇ ਹੁਣ ਜਿੰਨੇ ਸੁੱਟਿਆ ਸੀ, ਹੁਣ ਉੱਥੋਂ ਮੰਨ ਲਓ ਪੂਰਾ ਰੁੱਖ ਬਣ ਜਾਏ, ਤਾਂ ਉਹਨੇ ਸੁੱਟਿਆ ਸੀ 3-4 ਮਹੀਨੇ ਪਹਿਲਾਂ, ਰੁੱਖ ਅੱਜ 20 ਸਾਲ ਬਾਅਦ ਬਣ ਰਿਹਾ ਹੈ। ਸਮਾਂ ਲੱਗਿਆ, ਪਰ ਪ੍ਰਫੁੱਲਤ ਹੋਇਆ ਉਹ ਕਰਮ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਪ੍ਰਗਟ ਹੋਈ ਆਏ। ਇਸੇ ਤਰ੍ਹਾਂ ਪੂਰਬਲੇ ਜਨਮ ਦੀ ਜਾਂ ਜੀਵਨ ਦੀ ਆਰੰਭਕ ਅਵਸਥਾ ਦੀ ਜਿਹੜੀ ਭਾਵਨਾ ਰੂਪ ਕਮਾਈ ਹੈ, ਉਹ ਜ਼ਰੂਰ ਪ੍ਰਵਾਨ ਚੜ੍ਹਦੀ ਹੈ, ਉਹ ਜ਼ਰੂਰ ਮਾਲਕ ਦੇ ਦਰ ਥਾਏ ਪੈਂਦੀ ਹੈ। ਕਬੀਰ ਟਾਲੇ ਟੋਲੇ ਦਿਨ ਗਿਆ, ਵਿਆਜ ਬੜੰਤੋ ਜਾਏ। ਹੁਣ ਭਗਤ ਕਬੀਰ ਸਾਹਿਬ ਜੀ ਉਹਨਾਂ ਸ਼ਖਸਾਂ ਦੀ ਗੱਲ ਕਰ ਰਹੇ ਹਨ, ਉਹਨਾਂ ਮਨੁੱਖਾਂ ਦੀ ਗੱਲ ਕਰ ਰਹੇ ਹਨ, ਜਿਨ੍ਹਾਂ ਦੇ ਕੋਲੋਂ ਸਾਰੀ ਜ਼ਿੰਦਗੀ ਟਾਲ ਮਟੋਲ ਰਹਿੰਦਾ, ਔਰ ਟਾਲ ਮਟੋਲ ਵੀ ਧਰਮ ਦੇ ਮਸਲੇ 'ਚ। ਅਧਰਮ ਦੇ ਮਸਲੇ 'ਚ ਕਦੀ ਟਾਲ ਮਟੋਲ ਨਹੀਂ ਕਰਦੇ। ਬਾਣੀ ਦੇ ਵਾਕ ਹਨ, ਚੰਗਿਆਈ ਆਲਕ ਕਰੇ, ਬੁਰਿਆਈ ਹੋਏ ਸ਼ੇਰ। ਕਿ ਜੇ ਮਾਤਾ ਪਿਤਾ ਨੇ ਪ੍ਰੇਰਣਾ ਕਰਕੇ ਕਹਿ ਦਿੱਤਾ ਕਿ ਅੰਮ੍ਰਿਤ ਵੇਲੇ ਦਾ ਸਮਾਂ ਹੋ ਗਿਆ, ਬਿਸਤਰ ਤਿਆਗ ਦਿਓ, ਅਤੇ ਕੋਈ ਫਿਰ ਨਾ ਕਰਨੀ, ਇਤਰਾਜ਼ ਕਰਨਾ। ਪਰ ਜੇ ਕਹਿ ਦਿੱਤਾ ਕਿ ਉਦੋਂ ਉੱਠੀ ਜਦੋਂ ਸੂਰਜ ਦੀਆਂ ਕਿਰਨਾਂ ਤੇਰੇ ਬਿਸਤਰ 'ਚ ਆ ਜਾਣਗੀਆਂ, ਫਿਰ ਬੜਾ ਖੁਸ਼, ਮੇਰੇ ਨਾਲ ਸਹਿਮਤੀ ਜਤਾ ਦਿੱਤੀ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਟਾਲ ਟੋਲ ਦਿਨ ਗਿਆ। ਔਰ ਸਭ ਤੋਂ ਵੱਡੀ ਗੱਲ ਹੈ, ਦੁਨਿਆਵੀ ਪੱਖ 'ਚ ਬੰਦਾ ਕੋਈ ਟਾਲ ਮਟੋਲ ਨਹੀਂ ਕਰਦਾ। ਕਹਿੰਦਾ ਛੇਤੀ ਸਕੂਲ ਪੜ੍ਹ ਕੇ ਪੜ੍ਹਾਈ ਪੂਰੀ ਕਰ ਲਈ, ਨੌਕਰੀ ਦੇ ਸਹਿਤ ਹੋ ਜਾਵਾਂਗੇ। ਅਤੇ ਇਹ ਨਹੀਂ ਕਿ ਅੱਜ ਜੀਵਨ ਦੀ ਨਿਰਮਲ ਅਵਸਥਾ ਹੈ, ਸਾਧ ਸੰਗਤ ਦੇ ਵਿੱਚ 2-3 ਸਾਲ ਲਾ ਕੇ ਗਿਆਨ ਦਾ ਧਨ ਕੋਲ ਕਰਕੇ, ਸ਼ਬਦ ਦਾ ਅਭਿਆਸ ਕਰਕੇ ਜੀਵਨ ਨੂੰ ਨਿਰਮਲ ਬਣਾ ਲਈ, ਇਹਦੇ ਲਈ ਟਾਲ ਮਟੋਲ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਦਿਨ ਗਿਆ। ਹੁਣ ਉਦਾਹਰਨ ਦੇ ਤੌਰ 'ਤੇ ਇਹਦਾ ਇੱਕ ਅਨੁਭਵ ਇਵੇਂ ਵੀ ਹੈ, ਜਿਹੜਾ ਸਾਡਾ ਸਵੇਰ ਦਾ ਕੰਮ ਹੈ, ਜੇ ਸਵੇਰ ਦੇ ਸਮੇਂ 'ਚ ਕਰਨ ਤੋਂ ਖੁੰਝ ਜਾਈਏ, ਤਾਂ ਯਕੀਨਨ ਜੀਵਨ ਦੇ ਝਮੇਲੇ ਵਰਤਮਾਨ ਸਮੇਂ 'ਚ ਇੰਨੇ ਵੱਧ ਗਏ ਨੇ, ਉਹ ਮੁੜ ਕੇ ਕਈ ਵਾਰੀ ਸਾਰਾ ਦਿਨ ਹੀ ਹੁੰਦਾ, ਅਤੇ ਬੰਦਾ ਸੋਚਦਾ ਜੇ ਪਹਿਲੇ ਜਿਹੜਾ ਸਮਾਂ ਹੋਇਆ ਸੀ ਥੋੜ੍ਹਾ ਤੰਗ ਹੋ ਲੈਂਦਾ, ਪਰ ਕਰ ਤਾਂ ਲੈਂਦਾ ਉਹਨੂੰ। ਇਸੇ ਤਰ੍ਹਾਂ ਜੀਵਨ ਦੀ ਜਿਸ ਅਵਸਥਾ ਦੇ ਵਿੱਚ, ਹੁਣ ਉਦਾਹਰਨ ਦੇ ਤੌਰ 'ਤੇ ਜੋ ਵਰਤਮਾਨ ਸਮੇਂ 'ਚ ਚਾਹੇ ਉਹ ਕਾਰੋਬਾਰੀ ਮਨੁੱਖ ਹਨ ਜਾਂ ਜਿਹੜੇ ਕੋਈ ਬੰਦਗੀ ਵਾਲੇ ਵੀ ਹਨ, ਉਹ ਆਪਣੇ ਜੀਵਨ ਦੀ ਸਹੀ ਕਮਾਈ ਜਿਹੜੀ ਹੈ ਉਹ ਜੋਬਨ ਅਵਸਥਾ 'ਚ ਹੀ ਕਰਦੇ ਹਨ। ਬੁਢੇਪੇ 'ਚ ਤਾਂ ਉਹਦਾ ਆਨੰਦ ਮਾਣਦੇ ਨੇ, ਚਾਹੇ ਨੌਕਰੀ ਹੈ ਚਾਹੇ ਬੰਦਗੀ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਇੰਝ ਹੀ ਕਰਦਾ, ਟਾਲਿਆ ਟੋਲਿਆ ਦਿਨ ਗਿਆ। ਅੰਮ੍ਰਿਤ ਵੇਲੇ ਦੀ ਪੈਰ ਦੀ ਮਹੱਤਤਾ ਨੂੰ ਰੱਦ ਕੀਤਾ, ਜੀ ਇਹ ਮੇਰੇ ਕੰਮ ਨਹੀਂ। ਫਿਰ ਦੁਪਹਿਰ ਵੇਲੇ ਹੋਰ ਝਮੇਲੇ, ਸ਼ਾਮ ਵੇਲੇ ਮਨ ਦੇ ਵਿਕਾਰੀ ਸੁਭਾਅ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਦਿਨ ਗਿਆ ਵਿਆਜ ਬੜੰਤੋ ਜਾਏ। ਕਹਿੰਦੇ ਜਿਹੜੀ ਰਾਸ ਘਟ ਰਹੀ ਹੈ, ਮੂਲ ਰਾਸ਼ੀ ਘਟ ਰਹੀ ਹੈ, ਉਹਦੇ ਉੱਪਰ ਵਿਆਜ ਵੱਧ ਰਿਹਾ। ਮਤਲਬ ਜਿੰਨੇ ਪ੍ਰਾਣ ਮਿਲੇ ਹਨ, ਉਹਨਾਂ ਪ੍ਰਾਣਾਂ ਦੀ ਜਿਹੜੀ ਨਿਵੇਸ਼ ਕਰਨਾ ਹੈ ਭਗਤੀ ਕਰਮ ਦੇ ਵਿੱਚ, ਸ਼ੁਭ ਕਰਮ ਦੇ ਵਿੱਚ, ਉਹ ਕੀਤਾ ਨਹੀਂ ਜਾ ਰਿਹਾ। ਅਤੇ ਹੁਣ ਇਸ ਸਾਰੇ ਰਾਸ਼ੀ ਕਰਮ ਦਾ ਫਿਰ ਮਨੁੱਖ ਕੋਲੋਂ ਨਿਰਣਾ ਤਾਂ ਲਿਆ ਹੀ ਜਾਏਗਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਬਾਣੀ 'ਚ ਵਾਕ, ਮੋਹ ਐਸੇ ਬਨਿ ਸਿਉ ਨਹੀਨ ਕਾਜ, ਜਿਹੇ ਘਟ ਮੂਲ ਨਿਤ ਬੜੈ ਵਿਆਜ। ਜਿਸ ਕਰਮ ਕਰਨ ਦੇ ਨਾਲ ਜੀਵਨ ਦੇ ਉੱਪਰ ਜਮ ਦਾ ਡਰ ਭੈ ਵੱਧ ਜਾਵੇ, ਪਰ ਜੀਵਨ ਦੀ ਮੂਲ ਰਾਸ ਘਟ ਜਾਵੇ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਨਾ ਹਰ ਭਜਿਓ ਨਾ ਖੱਤ ਫਟਿਓ, ਕਾਲ ਪਹੁੰਚੋ ਆਏ। ਕਹਿੰਦੇ ਨਾ ਪ੍ਰਭੂ ਦੀ ਬੰਦਗੀ ਕੀਤੀ ਗਈ,
ਨਾ ਹੀ ਜੀਵਨ ਦੇ ਵਿੱਚ ਸ਼ੁਭ ਕਰਮ ਕਰਕੇ ਸਾਰੇ ਕਰਮਾਂ ਦੇ ਭਾਵ ਨੂੰ ਖਤਮ ਕੀਤਾ ਗਿਆ। ਉੱਤਰੋਂ ਕਾਲ ਪਹੁੰਚਿਓ ਆਏ, ਜੀਵਨ ਦਾ ਜਿਹੜਾ ਸਾਰਾ ਵਹਿਣ ਹੈ ਉਹ ਸਮਾਪਤੀ 'ਤੇ ਆ ਗਿਆ। ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵਾਕ ਹਨ, ਮਨ ਕੀ ਮਨ ਹੀ ਮਾਹੇ ਰਹੀ, ਨਾ ਹਰ ਭਜੇ ਨਾ ਤੀਰਥ ਸੇਵੇ, ਚੋਟੀ ਕਾਲ ਗਹੀ। ਜਾਂ ਭਗਤ ਬਾਬਾ ਫਰੀਦ ਸਾਹਿਬ ਜੀ ਦੇ ਵਾਕ ਹਨ ਕਿ ਉਦੋਂ ਜੀਵਨ ਦਾ ਅਸਲ ਮਨੋਰਥ ਚੇਤੇ ਆਉਂਦਾ, ਅੱਗੋਂ ਨੇੜਾ ਆਇਆ ਪਿੱਛਾ ਰਿਹਾ ਦੂਰ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਨਾ ਹਰ ਭਜਿਓ ਨਾ ਖੱਤ ਫਟਿਓ, ਨਾ ਆਪਣੇ ਜੀਵਨ ਦੇ ਵਿੱਚ ਉੱਤਮ ਕਰਮ ਕਰ ਸਕਿਆ, ਨਾ ਕਰਮਾਂ ਦੇ ਭਾਵ ਤੋਂ ਮੁਕਤ ਹੋ ਸਕਿਆ, ਅਤੇ ਜੀਵਨ ਦਾ ਜਿਹੜਾ ਸਾਰਾ ਵਹਿਣ ਹੈ ਉਹ ਹੌਲੀ ਹੌਲੀ ਸਮਾਪਤੀ ਦੇ ਉੱਪਰ ਆ ਗਿਆ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਸਾਨੂੰ 3 ਸ਼ਲੋਕਾਂ ਦੁਆਰਾ ਬਖਸ਼ਿਸ਼ ਕਰਕੇ ਨਵਾਜ਼ਿਸ਼ ਕਰਦੇ ਹਨ ਜੀ। ਕਿਰਪਾ ਕਰਨ 3 ਸ਼ਲੋਕਾਂ ਦੇ ਭਾਵ ਸੰਖਿਪਤ ਰੂਪ ਵਿੱਚ ਅਰਜ਼ ਕਰਦਿਆਂ ਕਿ ਪ੍ਰਭੂ ਦੇ ਸਿਮਰਨ ਦਾ ਆਹਾਰ ਯਤਨ ਸਾਧਨਾ ਰੱਖਣ ਵਾਲੇ ਇਸ ਜਗਤ ਦੇ ਅਸਲ ਸੁਖੀ ਮਨੁੱਖ ਹਨ, ਅਤੇ ਪ੍ਰਭੂ ਦੀ ਕਿਰਪਾ ਕਰਕੇ ਉਹ ਜੀਵਨ ਦੀ ਕਿਸੇ ਪਰਿਸਥਿਤੀ ਵਿੱਚ ਨਹੀਂ ਡੋਲਦੇ। ਜਦੋਂ ਜੀਵਨ ਵਿਕਾਰਾਂ ਵਿੱਚ ਭਰਮ ਜਾਂਦਾ ਹੈ, ਭਟਕਣ ਵਿੱਚ ਚਲਿਆ ਜਾਂਦਾ ਹੈ, ਕੇਵਲ ਸਤਿਗੁਰੂ ਹੀ ਉੱਥੋਂ ਮੁਕਤ ਕਰਨ ਦਾ ਅਧਿਕਾਰੀ ਹੈ। ਪਰ ਮੁਕਤ ਹੋਣ ਦੇ ਲਈ ਸਤਿਗੁਰੂ ਦੇ ਚਰਨਾਂ ਦੀ ਸੇਵ ਭਾਵ ਜੀਵਨ 'ਚ ਕਮਾਉਣੀ ਪੈਂਦੀ ਹੈ, ਅਤੇ ਜੀਵਨ ਦੇ ਵਿੱਚ ਕਦੀ ਵੀ ਆਪਣੇ ਮਨ ਦੇ ਆਲਸ ਕਰਕੇ ਜਾਂ ਆਪਣੇ ਅਗਿਆਨ ਕਰਕੇ ਧਰਮ ਦੇ ਸ਼ੁਭ ਕਰਮ ਦਾ ਉਲੰਘਣ ਨਹੀਂ ਕਰਨਾ ਚਾਹੀਦਾ। ਸੰਸਕ੍ਰਿਤੀ ਵਿੱਚ ਵਾਕ ਨੇ, ਨਹ ਬਿਲੰਬ ਧਰਮੰ ਬਿਲੰਬ ਪਾਪੰ, ਕਿ ਪਾਪ ਕਰਮ ਤੋਂ ਜ਼ਰੂਰ ਦੇਰੀ ਕਰ, ਪਰ ਜਿਹੜਾ ਧਰਮ ਦਾ ਸ਼ੁਭ ਕਾਰਜ ਕਿਹਾ ਜਾ ਰਿਹਾ ਉਹਦੇ ਤੋਂ ਕਦੀ ਦੇਰੀ ਨਾ ਕਰ, ਕਿਉਂਕਿ ਧਰਮ ਦੇ ਕਾਰਜ ਦੀ ਦੇਰੀ ਧਰਮ ਦੇ ਕਾਰਜ ਦੀ ਦੇਰੀ ਦੀ ਭਰਪਾਈ ਨਹੀਂ ਹੋ ਸਕੇਗੀ। ਪਾਪ ਕਰਮ ਦੀ ਦੇਰੀ ਦੀ ਭਰਪਾਈ ਕਿਤੇ ਨਾ ਕਿਤੇ ਤਾਂ ਹੋ ਜਾਂਦੀ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਇਸ ਪ੍ਰਕਾਰ ਜਿਹੜਾ ਮਨੁੱਖ ਇਹਨਾਂ ਨਿਰਮਲ ਉਪਦੇਸ਼ਾਂ ਨੂੰ ਆਪਣੇ ਜੀਵਨ 'ਚ ਧਾਰਨ ਕਰਕੇ ਰੱਖਦਾ ਹੈ, ਉਹ ਜੀਵਨ ਦੀ ਉੱਚ ਅਵਸਥਾ ਦਾ ਪਾਤਰ ਬਣ ਜਾਂਦਾ। ਭਗਤ ਕਬੀਰ ਸਾਹਿਬ ਜੀ ਕਿਰਪਾ ਕਰਨ, ਸਤਿਗੁਰੂ ਮਿਹਰਾਮਤ ਕਰਨ। ਸ਼ਲੋਕਾਂ ਦਾ ਭਾਵ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦਿਆਂ ਅੰਦਰ ਵਸ ਜਾਏ ਜੀ। ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ। ਆਪ ਦੇ ਸਨਮੁਖ ਸ਼ਬਦ ਵਿਚਾਰ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ਼ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।